कह गावा। तू साहिब गुणी निधाना, तुमरी महिमा बरन न सको। तू ठाकुर ऊच भगवाना, अगम अगाध पार ब्रह्म सोए। जो जो कहे सो मुक्ता होए। सुन मीता नानक बिनवंता, साधु जना की अचरज कथा। भाई रे संत जना की रेणा, संत सभा गुर पाइया मुक्त पदार्थ तेण। चवर छत्र तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ महापुरुष संत बाबा गेजा सिंह जी हुणा वल्लों आप सरबत संगत दे सहयोग सदका ये महान गुरमत समागम करवाए जा रहे हैं। वो पाक जगह है जिथे नानकसर संप्रदाय दे बानी ब्रह्म वेते महात्मा संत बाबा आनंद सिंह जी महाराज हुणा तपस्या कीती, भाग लाए। नानकसर कलेरा विखे आप संगतां शिरकत कर रहे हो। गुरबाणी दा फरमान है, जिथै जाए बह मेरा सतगुरु सो थान सुहावा। राम राजे गुर सिखी सो थान भालिया लै धूड़ मुख लावा। दो जगह पाक लिखियां ने गुरु पातशाह ने। एक ओ जिथे खुद खुदा गुरु नानक गुरु पातशाहियां पाक चरण पा देन। दूसरी जगह वो है जिहदे बारे बाणी कहती है, 8-60 तीरथ जह साध पग तरहै। जिथे महापुरुषां दे चरण पैण, सतपुरुषां दे चरण पैण, अकाल पुरख नूं ध्याउण वालियां दे चरण पैण, कहंदे ओ तीरथ हो निबड़दा है। ते जदों तुसीं इस पाक जगह दीयां रौनकां वेखदे हो ते फिर समझ लगदी है भी ये तीरथ है। सो ऐसी पाक जगह दे उपर तुसीं बैठे हो। भगतां महापुरुषां ने जिहड़ा संत दा मरातबा है ना, वो एडा महान दर्शाया है। इथों तक बाणी ने कह दिता भी संतां ते परमात्मा दे दरम्यान कोई अंतर नहीं है, कोई भेद नहीं है। रंचक मात्र भी कहंदे कोई फर्क नहीं है। दीन दुनिया दे मालक गुरु ग्रंथ साहिब पातशाह दे विच बैठे हुए भगत महापुरुष कहंदे ने, रविदास भणै जो जाणै सो जान, संत अनंत है अंतर नाही। रविदास जी कहंदे ने एक गल तय है भी संतां अते उस परमात्मा दे दरम्यान कोई फर्क नहीं है। जो अनंत है, जेदा कोई अंत नहीं, ओदी हस्ती
ਅਤੇ ਉਹਦੇ ਪਿਆਰੇ ਸੰਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ। ਇੱਥੇ ਸੰਤਾਂ ਦੀ ਕਈ ਵਾਰ ਲੋਕ ਨਿੰਦਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਨੇ ਪ੍ਰਮਾਤਮਾ ਦੇ ਬੁਲੰਦ ਹਸਤੀ ਵਿੱਚ ਅਭੇਦ ਦੱਸਿਆ ਹੈ। ਇੱਥੇ ਕਈ ਸੰਤਾਂ ਤੋਂ ਨਫ਼ਰਤ ਕਰਦੇ ਨੇ, ਦੂਰੀ ਬਣਾਉਂਦੇ ਨੇ, ਤੇ ਭਗਤ ਜੀ ਕਹਿੰਦੇ ਸੰਤ ਚੀ ਸੰਗਤ ਸੰਤ ਕਥਾ ਰਸ। ਐ ਪ੍ਰਮਾਤਮਾ ਮੈਨੂੰ ਸੰਤਾਂ ਦੀ ਸੰਗਤ ਬਖਸ਼ ਤੇ ਮਿਹਰ ਕਰ, ਮੈਂ ਸਾਧੂਆਂ ਸੰਤਾਂ ਦੀ ਕਥਾ ਭਾਵ ਉਹਨਾਂ ਦੇ ਬਚਨ ਰਸ ਲੈ ਕੇ ਸੁਣਿਆ ਕਰਾਂ, ਉਹਨਾਂ ਦੇ ਕੋਲ ਬੈਠਿਆ ਕਰਾਂ। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਸੋ ਮੇਰੇ ਅੰਦਰ ਮਹਾਂਪੁਰਸ਼ਾਂ ਦੇ ਪ੍ਰਤੀ ਪਰਮਾਤਮਾ ਪ੍ਰੇਮ ਪੈਦਾ ਕਰ। ਐ ਦੇਵਤਿਆਂ ਦੇ ਦੇਵ ਅਕਾਲ ਪੁਰਖੇ ਕਿਰਪਾ ਕਰ। ਇਹ ਭਗਤ ਰਵਿਦਾਸ ਜੀ ਮੰਗ ਰੱਖ ਰਹੇ ਨੇ। ਏਡੇ ਏਡੇ ਮਹਾਂਪੁਰਸ਼ਾਂ ਦੀਆਂ ਇਹ ਮੰਗਾਂ ਨੇ। ਸੰਤ ਆਚਰਣ ਸੰਤ ਚੋ ਮਾਰਗ। ਕਹਿੰਦੇ ਦੇਖੋ ਸੰਤਾਂ ਦਾ ਜਿਹੜਾ ਆਚਰਣ ਹੈ, ਜਿਹੜਾ ਜੀਵਨ ਬਤੀਤ ਕਰਨ ਦਾ ਤਰੀਕਾ ਹੈ, ਢੰਗ ਹੈ, ਸਾਡੇ ਜੀਵਨ ਵਿੱਚ ਵੀ ਉਹ ਜਿਹੜੀ ਮਹਾਂਪੁਰਸ਼ਾਂ ਦੀ ਮਰਿਆਦਾ ਹੈ ਉਹ ਬਖਸ਼ ਦੇ। ਜਿਵੇਂ ਸੰਤ ਕੋਈ ਜੀਵਨ ਬਤੀਤ ਕਰਦਾ ਹੈ, ਅਸੀਂ ਵੀ ਉਸੇ ਤਰ੍ਹਾਂ ਹੀ ਚੱਲੀਏ। ਸੰਤ ਚ ਓਲਗ ਓਲਗਣੀ। ਐ ਅਕਾਲ ਪੁਰਖ, ਓਲਗ ਦਾ ਭਾਵ ਹੈ ਦਾਸ ਹੋਣਾ। ਸਾਧਾਂ ਦਾ ਮੈਨੂੰ ਦਾਸ ਬਣਾ ਦੇ, ਜੇ ਨਹੀਂ ਏਡੇ ਵੱਡੇ ਭਾਗ ਤੇ ਜਿਹੜੇ ਸਾਧਾਂ ਦੇ ਦਾਸ ਨੇ ਉਹਨਾਂ ਦਾ ਹੀ ਗਾਂ ਦਾਸ ਬਣਾ ਦੇ। ਇੰਨੀ ਮਹਿਮਾ ਬਾਣੀ ਵਿੱਚ ਹੈ। ਨਾਲ ਇੱਕ ਮੰਗ ਹੋਰ ਕਰਦੇ ਨੇ, ਕਹਿੰਦੇ ਦੂਸਰਾ ਜਿਹੜਾ ਪੱਖ ਹੈ ਨਾ ਸਾਖਤ ਦਾ, ਕਿਉਂਕਿ ਦੋ ਹੀ ਪੱਖ ਨੇ ਦੁਨੀਆ 'ਚ, ਗਿਆਨ ਹੈ ਅਗਿਆਨ ਹੈ। ਸੰਤ ਨੇ ਸਾਖਤ ਨੇ, ਗੁਰਮੁਖ ਨੇ ਮਨਮੁਖ ਨੇ, ਨੇਕੀ ਹੈ ਬਦੀ ਹੈ, ਦਿਨ ਰਾਤ ਨੇ। ਦੋ ਪੱਖ ਨੇ ਦੁਨੀਆ ਦੇ, ਪੁੰਨ ਹੈ ਪਾਪ ਹੈ। ਭਗਤ ਕਹਿੰਦੇ ਨੇ ਐ ਪ੍ਰਮਾਤਮਾ ਦੂਜੇ ਪੱਖ ਵਿੱਚ ਜਿਹੜੇ ਸਾਖਤ ਨੇ ਨਾ, ਇਹ ਸਾਡੀ ਸਨਿਮਰ ਬੇਨਤੀ ਹੈ, ਉਹ ਮੱਥੇ ਨਾ ਲੱਗਣ ਸਾਡੇ। ਉਹਨਾਂ ਦੇ ਕੋਲ ਅਸੀਂ ਬੈਠ ਨਾ ਜਾਈਏ। ਔਰ ਇੱਕ ਮੰਗੋ ਭਗਤ ਚਿੰਤਾਮਣ। ਐ ਚਿੰਤਾ ਨੂੰ ਦੂਰ ਕਰਨ ਵਾਲੇ ਅਕਾਲ ਪੁਰਖ ਜਣੀ ਲਿਖਾਵੋ ਅਸੰਤ ਪਾਪੀ ਸਣ। ਜਿਹੜੇ ਅਸੰਤ ਨੇ, ਮਨਮੁਖ ਨੇ, ਸਾਕਤ ਨੇ, ਉਹਨਾਂ ਵਿਕਾਰੀਆਂ ਪਾਪੀਆਂ ਦੇ ਦਰਸ਼ਨ ਵੀ ਨਾ ਹੋ ਜਾਣ ਤੇ ਸੰਤਾਂ ਦੇ ਦਾਸਾਂ ਦੇ ਵੀ ਦਾਸ ਕਰਦੇ। ਇੰਨੀ ਮਹਿਮਾ ਹੈ ਬਾਣੀ ਦੇ ਵਿੱਚ। ਜਿੱਥੇ ਸਾਗਤ ਦੀ ਗੱਲ ਹੈ, ਕਬੀਰ ਜੀ ਕਹਿੰਦੇ ਕਾਲਾ ਭਾਂਡਾ ਹੈ, ਦੌੜ ਜਾਇਆ ਕਰ ਵੇਖ ਕੇ। ਤੇ ਸਾਨੂੰ ਕੀ ਆਦਤ ਹੈ, ਇਹ ਨਹੀਂ ਵੀ ਇਹ ਨਵੀਂ ਗੱਲ ਕਰਦਾ ਹੈ, ਸਵਾਦ ਲੈ ਲੈ ਸੁਣਨਗੇ ਇਹਦੀਆਂ ਗੱਲਾਂ। ਕਿਉਂਕਿ ਸਾਕਤ ਦੀਆਂ ਗੱਲਾਂ 'ਚੋਂ ਸਵਾਦ ਜ਼ਿਆਦਾ ਆਉਂਦਾ। ਦੁਨਿਆਵੀ ਗੱਲਾਂ ਕਰਦਾ ਨਾ, ਤੇ ਰਾਮ ਰਸ ਹਾਸਲ ਕਰਨਾ ਔਖਾ ਹੈ। ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਇਹਨੂੰ ਨੀਂਦ ਆਵੇਗੀ। ਇਸ ਗੱਲ ਦਾ ਖਿਆਲ ਰੱਖਿਓ। ਕਬੀਰ ਜੀ ਨੇ ਵਾਰਨਿੰਗ ਦਿੱਤੀ ਹੈ, ਕਹਿੰਦੇ ਕਾਲਾ ਭਾਂਡਾ ਹੈ ਤੇ ਕਾਲਖ ਲੱਗਦੀ ਜ਼ਰੂਰ ਹੈ ਜਦੋਂ ਇਹਦੇ ਨਜ਼ਦੀਕ ਆਓਗੇ। ਤੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਦੇਖ ਤੂੰ ਜਿੰਨਾ ਚਾਹੇ ਨਿਰਮਲ ਹੈ, ਤੂੰ ਚਿੱਟਾ ਲਿਬਾਸ ਪਾਇਆ ਹੈ, ਤੇ ਜੇ ਕਾਲੇ ਭਾਂਡੇ ਦੇ ਨਜ਼ਦੀਕ ਖਲੋਵੇਂਗਾ, ਤੂੰ ਆਖੇਂ ਵੀ ਰੰਚਕ ਮਾਤਰ ਵੀ ਤੇਰਾ ਲਿਬਾਸ ਮੈਲਾ ਨਾ ਹੋਵੇ, ਤੇ ਕਹਿੰਦੇ ਨਹੀਂ, ਕੁਝ ਨਾ ਕੁਝ ਦਾਗ ਇਹਨੇ ਜਾਂਦੇ ਨੇ, ਤੈਨੂੰ ਲਾ ਹੀ ਜਾਣਾ ਹੈ। ਅਸੀਂ ਕਈ ਵਾਰ ਸੋਚਦੇ ਵੀ ਚਲੋ ਕਿਹੜੀ ਗੱਲ ਹੈ, ਇਹਦੀ ਵੀ ਸੁਣ ਲਈਏ, ਗੁਰਮੁਖ ਦੀ ਵੀ ਸੁਣ ਲਈਏ। ਇਹਦੇ ਨਾਲ ਕੀ ਹੋਵੇਗਾ ਸਾਨੂੰ? ਜੇ ਘੜੀ ਪਲ ਸਾਕਤ ਕੋਲ ਖਲੋ ਕੇ ਨਿੰਦਾ ਸੁਣ ਵੀ ਲਈ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦੀ, ਬਾਣੀ ਬਾਣੇ ਦੀ, ਇਤਿਹਾਸ ਦੀ, ਤੇ ਜਦੋਂ ਆਪਾਂ ਧਾਰਨਾ ਹੀ ਨਹੀਂ ਹੈ ਉਹਨਾਂ ਬਚਨਾਂ ਨੂੰ, ਤੇ ਕੀ ਫਰਕ ਹੈ? ਕਹਿੰਦੇ ਦੇਖ ਕੁਝ ਨਾ ਕੁਝ ਤੇ ਦਾਗ ਜ਼ਰੂਰ ਲੱਗੇਗਾ, ਥੋੜਾ ਬਹੁਤਾ ਅਸਰ ਤੇ ਰਹਿ ਹੀ ਜਾਂਦਾ ਹੈ। ਭਾਂਡਾ ਜੂ ਕਾਲਾ ਹੋਇਆ, ਸੋ ਕਾਲੇ ਭਾਂਡੇ ਨੇ ਤੈਨੂੰ ਦਾਗੀ ਕਰਨਾ ਹੈ। ਤੇ ਕਬੀਰ ਜੀ ਨੇ ਢੰਗ ਦੱਸਿਆ, ਕਹਿੰਦੇ ਐਵੇਂ ਸਮਾਂ ਨਾ ਬਰਬਾਦ ਕਰ ਇਹਦੇ ਨਾਲ ਸਿਰ ਅਡਾਉਣ ਵਿੱਚ,
ਦੂਰਹਿ ਜਾਈਐ ਭਾਗ। ਪਤਾ ਲੱਗ ਜੇ ਨਾ ਵੀ ਉਹ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਦਾ ਬਾਣੀ ਬਾਣੇ ਦਾ ਨਿੰਦਕ ਆਉਂਦਾ, ਕਹਿੰਦੇ ਦੌੜ ਜਾਇਆ ਕਰ, ਸਮਾਂ ਵਿਅਰਥ ਗਵਾਵੇਂਗਾ। ਕਿਉਂਕਿ ਹਰ ਬੰਦਾ ਵਿਚਾਰ ਨਾਲ ਨਹੀਂ ਸਮਝਦਾ, ਪ੍ਰੇਮ ਨਾਲ ਨਹੀਂ ਸਮਝਦਾ। ਹਰ ਬੰਦਾ ਧਰਮ ਦੀ ਪਰਿਭਾਸ਼ਾ ਨਹੀਂ ਸਮਝਦਾ। ਕਈਆਂ ਨੂੰ ਗਿਆਨ ਦੀ ਬਾਤ ਸਮਝ ਆਉਂਦੀ ਹੈ, ਪ੍ਰੇਮ ਦੀ ਬਾਤ ਸਮਝ ਆਉਂਦੀ ਹੈ, ਤੇ ਕਈਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਮੂਰਖ ਗੰਢ ਪਵੈ ਮੂੰਹ ਮਾਰ। ਕਈਆਂ ਨੂੰ ਡਾਂਗ ਦੀ ਭਾਸ਼ਾ ਹੀ ਸਮਝ ਆਉਂਦੀ ਹੈ। ਸੋ ਅਜਾਈਂ ਸਮਾਂ ਗਵਾਉਣ ਨਾਲੋਂ ਕਿਸੇ ਗੁਰਮੁਖ ਕੋਲ ਬੈਠ, ਘਰ ਬੈਠ, ਅਭਿਆਸ ਕਰ, ਸਿਮਰਨ ਕਰ, ਭਜਨ ਕਰ, ਕਿਤੇ ਇੱਕ ਸਵਾਸ ਵੀ ਉਹਦੀ ਯਾਦ ਵਿੱਚ ਜੁੜ ਗਿਆ ਤੇ ਤੇਰਾ ਜੀਵਨ ਸਫਲਾ। ਕਬੀਰ ਜੀ ਨੇ ਇੱਕ ਗੱਲ ਕਹੀ ਹੈ, ਕਬੀਰ ਏਕ ਘਰੀ ਆਦਿ ਘਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਰੰਚਕ ਮਾਤਰ ਸਮਾਵੀ। ਘੜੀ ਕੀ ਹੈ? 24 ਮਿੰਟਾਂ ਦੀ। ਅੱਧੀ ਘੜੀ 12 ਮਿੰਟ, ਉਦੋਂ ਅੱਧੀ 6 ਮਿੰਟ। ਕਹਿੰਦੇ ਕੁਝ ਸਮਾਂ ਹੀ ਕੱਢ, ਸਾਧੂਆਂ ਸੰਤਾਂ ਗੁਰਮੁਖਾਂ ਮਹਾਂਪੁਰਸ਼ਾਂ ਕੋਲ ਬੈਠ। ਕਹਿੰਦੇ ਇਹ ਮੈਂ ਤਸੱਲੀ ਦਿੰਦਾ, ਯਕੀਨ ਦਿਵਾਉਣਾ ਵੀ ਤੈਨੂੰ ਲਾਭ ਜ਼ਰੂਰ ਮਿਲੇਗਾ। ਔਰ ਇੱਕ ਐਸਾ ਲਾਭ ਹੈ, ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ। ਸਾਖਤਾਂ ਕੋਲ ਬਵੇਂਗਾ, ਸੰਤ ਦੀ ਨਿੰਦਾ ਕਰੇਗਾ। ਇੱਥੇ 1,84 ਜੂਨ ਭਰਮਾਇਆ, 84 ਲੱਖ ਜੂਨਾਂ ਨੇ। ਸੰਤਾਂ ਦੇ ਚਰਨੀ ਲੱਗੇਗਾ, ਸੋ ਜਨ ਉਦਰਨ ਹਾਰ। ਯੂ ਵਿਲ ਬੀ ਇਮੈਂਸੀਪੇਟਡ, ਮੁਕਤ ਹੋ ਜਾਵੇਂਗਾ। ਰੋਗਾਂ ਸੋਗਾਂ ਦੁੱਖਾਂ ਤਕਲੀਫਾਂ 84 ਲੱਖ ਦੇ ਗੇੜ ਤੋਂ ਤੈਨੂੰ ਨਜ਼ਾਤ ਹਾਸਲ ਹੋਵੇਗੀ। ਇੰਨੀ ਵਡਿਆਈ ਹੈ ਮਹਾਂਪੁਰਸ਼ਾਂ ਦੀ ਸੰਗਤ ਦੀ। ਸੰਤ ਹੁੰਦਾ ਕੀ ਹੈ? ਜੋ ਸ਼ਾਂਤ ਹੈ। ਹੁਣ ਸ਼ਾਂਤ ਦਾ ਭਾਵ ਇਹ ਨਾ ਸਮਝਿਓ ਵੀ ਤੁਸੀਂ ਆਖੋ ਵੀ ਅੱਛਾ ਜਿਹੜੇ ਫਿਰ ਸਿੱਖ ਜਗਤ ਵਿੱਚ ਇਤਿਹਾਸ ਹੋਏ ਨੇ, ਤਲਵਾਰ ਖਿੱਚੀ ਫਿਰਦੇ ਰਹੇ, ਉਹ ਸ਼ਾਂਤ ਨਹੀਂ ਸੀ ਤਾਂ ਹੀ ਜੰਗ ਲੜਦੇ ਰਹੇ ਨੇ। ਨਹੀਂ, ਸ਼ਾਂਤ ਦਾ ਭਾਵ ਹੈ ਜਿਹਦੇ ਇੰਦਰੇ ਸ਼ਾਂਤ ਨੇ, ਜਿਹਦਾ ਮਨ ਕਾਬੂ ਵਿੱਚ ਹੈ। ਇੱਥੇ ਬਾਤ ਵੀਰ ਰਸ ਦੀ ਨਹੀਂ ਹੈ, ਜੰਗਜੂ ਕਿਰਿਆ ਦੀ ਨਹੀਂ ਹੈ। ਸੰਤ ਹੀ ਸਿਪਾਹੀ ਉਹ ਨਿਬੜਦੇ ਨੇ। ਲੱਖਾਂ ਸਾਵੇਂ ਉਹ ਅੜਦਾ ਹੈ, ਜੰਗ ਉਹ ਲੜਦਾ ਹੈ ਜਿਸਨੇ ਬਾਣੀ ਦਾ ਅਭਿਆਸ ਕਰਕੇ ਕਾਮ ਕ੍ਰੋਧ ਲੋਭ ਮੋਹ ਨੂੰ ਜਿੱਤਿਆ ਆਵੇ। ਜਿਹੜਾ ਮੋਹ ਨੂੰ ਜਿੱਤ ਨਾ ਪਾਇਆ ਉਹ ਮੈਦਾਨੇ ਜੰਗ ਵਿੱਚ ਦੀਨ ਦੀ ਖਾਤਰ ਚਲਿਆ ਤੇ ਜਾਵੇਗਾ। ਕਦੇ ਘਰ ਵਾਲੇ ਦਾ ਮੋਹ, ਕਦੇ ਬੱਚਿਆਂ ਦਾ ਮੋਹ, ਕਦੇ ਜਾਇਦਾਦ ਦਾ ਮੋਹ, ਉਹ ਦੀਨ ਲਈ ਸਿਰ ਨਹੀਂ ਦੇ ਸਕਦਾ। ਜਿਸਨੇ ਵਿਕਾਰ ਜਿੱਤੇ, ਮੋਹ ਮਾਇਆ ਨੂੰ ਜਿੱਤਿਆ, ਉਹ ਮੈਦਾਨੇ ਜੰਗ ਵਿੱਚ ਜਾ ਕੇ ਫਿਰ ਦੀਨ ਲਈ ਆਪਾ ਵਾਰ ਦਿੰਦਾ ਹੈ, ਕਿਉਂਕਿ ਉਹਨੂੰ ਮੋਹ ਨਹੀਂ ਹੈ ਕਿਸੇ ਦਾ, ਉਹਨੂੰ ਇੱਕ ਦੀਨ ਨਾਲ ਪ੍ਰੇਮ ਹੈ। ਸੋ ਖਿਆਲ ਰੱਖਿਓ, ਮਨ ਜਿਸ ਦਾ ਕਾਬੂ ਵਿੱਚ ਹੈ, ਇੰਦਰੇ ਜਿਸ ਦੇ ਸ਼ਾਂਤ ਨੇ, ਇਹ ਅੱਖ ਨੱਕ ਕੰਨ ਆਦਿਕ ਜਿਹਦੇ ਹੁਕਮ ਵਿੱਚ ਚੱਲਦੇ ਨੇ, ਉਹੀ ਸੰਤ ਹੁੰਦਾ ਹੈ। ਸਾਡੇ ਆਖੇ ਨਹੀਂ ਲੱਗਦੇ ਇਹ ਇੰਦਰੇ। ਗੈਰ ਦਾ ਰੂਪ ਲਾਖੇ ਨੂੰ ਟੋਕੋ ਵੀ ਬੁਰੀ ਨਜ਼ਰ ਨਾਲ ਨਹੀਂ ਤੱਕਣਾ, ਮਨ ਫਿਰ ਅੱਖਾਂ ਨੂੰ ਉਧਰ ਲੈ ਜਾਂਦਾ ਹੈ। ਮੁਰਦਾਰ ਨਹੀਂ ਖਾਣਾ, ਕਿਸੇ ਦਾ ਹੱਕ ਨਹੀਂ ਖਾਣਾ, ਮਨ ਦੇ ਫੁਰਨੇ ਫਿਰ ਕਿਸੇ ਦਾ ਹੱਕ ਮਾਰਨ ਵਾਲੀ ਤੁਰਦੇ ਨੇ। ਸਾਡਾ ਕਿੱਥੇ ਮਨ ਕਾਬੂ ਵਿੱਚ ਹੈ। ਤੈਨੂੰ ਲੱਖ ਕੋਈ ਆਖੀ ਜਾਣੇ ਸੰਤ ਹੈ, ਮਹਾਂਪੁਰਸ਼ ਹੈ, ਲੱਖਾਂ ਤੈਨੂੰ ਲੋਕ ਮੰਨੀ ਜਾਣ, ਲੋਕਾਂ ਦਾ ਤੂੰ ਸੰਤ ਹੋ ਸਕਦਾ ਹੈ। ਅੰਦਰ ਝਾਤ ਮਾਰੀ ਔਰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਆਪਣੇ ਆਪ ਨੂੰ ਲਾ ਕੇ ਵੇਖੀ ਵੀ ਤੇਰੇ ਵਿੱਚ ਉਹ ਬਾਤਾਂ ਨੇ ਜਿਹੜੀਆਂ ਸੰਤ ਵਿੱਚ ਹੁੰਦੀਆਂ। ਤੇ ਜੇ ਨਹੀਂ ਤੇ ਇਹ ਗੱਲ ਸਮਝ ਲਈ ਵੀ ਗੁਰੂ ਨਾਨਕ ਦਾ ਤੂੰ ਸੰਤ ਨਹੀਂ ਹੈ, ਭੀੜ ਦਾ ਸੰਤ ਹੈ, ਕੋਈ ਵੱਡੀ ਗੱਲ ਨਹੀਂ ਹੁੰਦੀ। ਸੰਤ ਹੈ ਕੀ ਹੈ? ਜਿਹਦੇ ਇੰਦਰੇ ਸ਼ਾਂਤ ਨੇ, ਜਿਹਦਾ ਮਨ ਕਾਬੂ ਦੇ ਵਿੱਚ ਹੈ, ਜੋ ਇੱਧਰ ਉੱਧਰ ਨਹੀਂ ਦੌੜਦਾ, ਜਿਹਦੇ ਇੰਦਰੇ ਤ੍ਰਿਪਤ ਹੋ ਗਏ ਨੇ, ਜੋ ਰੱਜਿਆ ਹੋਇਆ ਹੈ। ਇਸ ਗੱਲ ਦਾ ਖਿਆਲ ਰੱਖਿਓ, ਸ਼ਾਂਤ ਲਫ਼ਜ਼ ਤੋਂ ਹੀ ਸੰਤ ਬਣਦਾ ਹੈ। ਜਿਸ ਨੂੰ ਸ਼ਾਂਤ ਆ ਗਈ, ਇੱਕ ਹਿੰਦੀ ਦਾ ਵਿਦਵਾਨ ਕਹਿੰਦਾ ਹੈ, ਜੋ ਵਿਅਕਤੀ ਸੰਤੁਲਨ ਮੇਂ ਰਹੇ ਸਮਝ ਲੋ ਵਹੀ ਸੰਤ ਹੈ। ਹੁਣ ਸੰਤੁਲਿਤ ਰਹਿਣਾ, ਸੰਤੁਲਨ ਦੇ ਵਿੱਚ ਰਹਿਣਾ, ਇਹ ਬੜਾ ਔਖਾ ਹੈ।
ਥੋੜਾ ਖਾਣਾ, ਥੋੜਾ ਸੌਣਾ, ਬਹੁਤਾ ਭਜਨ ਕਰਨਾ, ਸਿਮਰਨ ਕਰਨਾ, ਇੰਦਰੀਆਂ ਨੂੰ ਕਾਬੂ ਵਿੱਚ ਰੱਖਣਾ, ਇਹ ਬੜਾ ਔਖਾ ਹੈ। ਔਖਾ ਕਾਰਜ ਜੀ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ, ਕੋਟਨ ਮਹਿ ਨਾਨਕ ਕਉ ਨਾਰਾਇਣ ਜਿਹੇ ਚੀਤ। ਕਰੋੜਾਂ ਚੋਂ ਵਿਰਲਾ ਹੈ ਕੋਈ ਐਸਾ ਮਹਾਂਪੁਰਸ਼। ਐਸੇ ਹੀ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਸਨ। ਐਸੇ ਮਹਾਤਮਾ ਸੰਤ ਈਸਰ ਸਿੰਘ ਜੀ ਮਹਾਰਾਜ ਸਨ। ਬੇਅੰਤ ਬੇਅੰਤ ਗੁਰੂ ਨਾਨਕ ਦੇ ਦਰ ਘਰ ਦੇ ਜਿਹੜੇ ਪਿਆਰੇ ਹੋਏ ਨੇ, ਸੰਤ ਅਤਰ ਸਿੰਘ ਜੀ ਮਹਾਰਾਜ, ਬਾਬਾ ਮਹਾ ਹਰਨਾਮ ਸਿੰਘ ਜੀ, ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲੇ, ਬਾਬਾ ਜਰਨੈਲ ਸਿੰਘ, ਬਾਬਾ ਕੁੰਦਨ ਸਿੰਘ ਜੀ ਮਹਾਰਾਜ, ਬੇਅੰਤ ਇਹਨਾਂ ਮਨ ਜਿੱਤਿਆ ਗੁਰੂ ਨਾਨਕ ਦੇ ਨਾਮ ਰੂਪੀ ਕੁੰਡੇ ਦੇ ਨਾਲ। ਇਹ ਹਾਥੀ ਨੂੰ ਢਾਇਆ ਇਹਨਾਂ ਨੇ। ਇਹ ਸਾਰਾ ਨਾਮ ਦਾ ਹੀ ਪ੍ਰਤਾਪ ਹੈ, ਨਾਮ ਦੀ ਹੀ ਵਡਿਆਈ ਹੈ। ਨਾਮ ਕਰਕੇ ਹੀ ਇਹਨਾਂ ਮਹਾਂਪੁਰਸ਼ਾਂ ਦਾ ਦੁਨੀਆ ਤੇ ਬੋਲਬਾਲਾ ਹੈ। ਸੋ ਇਹ ਨਾਮ ਉਹ ਕੁੰਡਾ ਹੈ ਜਿਹੜਾ ਮਨ ਰੂਪੀ ਹਾਥੀ ਨੂੰ ਕਾਬੂ ਕਰ ਸਕਦਾ ਹੈ। ਇਹਦੇ ਤੋਂ ਲਹਿਦਾ ਮਨ ਨਹੀਂ ਜਿੱਤਿਆ ਜਾਂਦਾ, ਤੇ ਜਿਸ ਨੇ ਮਨ ਨਹੀਂ ਜਿੱਤਿਆ ਉਹ ਸੰਤ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ, ਠੀਕ ਹੈ ਤੇਰੀ ਫੋਲੋਇੰਗ ਬੜੀ ਹੈ, ਲੱਖਾਂ ਲੋਕ ਹੋਣਗੇ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ। 9 ਟੁਕੜੇ ਨੇ ਧਰਤੀ ਦੇ, ਪੰਜਾਬ ਤੱਕ ਸੀਮਿਤ ਹੋਵੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਭਾਰਤ ਵਿੱਚ ਨਾਮ ਹੋਵੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। 9 ਖੰਡਾਂ 'ਚ ਨਾਮ ਹੋ ਜਾਵੇ, ਨਾਲ ਚੱਲੈ ਸਭ ਕੋਏ। ਭੀੜ ਬੜੀ ਚੱਲਦੀ ਹੈ ਨਾਲ। ਚੰਗਾ ਨਾਓ ਰਖਾਏ ਕੈ, ਨਾਮ ਹੀ ਚੰਗਾ ਵੱਡਾ ਰੱਖ ਲਿਆ। ਹਰ ਧਰਮ ਚੋਂ ਇੱਕ ਇੱਕ ਸ਼ਬਦ ਚੁਣ ਲਿਆ ਵੀ ਇਹਦੇ ਵਰਗਾ ਦੂਜਾ ਕੋਈ ਨਹੀਂ। ਇਹ ਸਾਂਝੀਵਾਲਤਾ ਦਾ, ਸੁਲ੍ਹਾ ਕੁਲ ਦਾ ਪ੍ਰਤੀਕ ਮਹਾਂਪੁਰਸ਼ ਹੈ। ਕਹਿੰਦੇ ਨਹੀਂ, ਇਹ ਲੋਕ ਪਿੱਛੇ ਚੱਲ ਪਏ ਤੇਰੇ। ਤੇਰਾ ਲਿਬਾਸ ਦੇਖ ਲਿਆ ਹੋਵੇਗਾ, ਧਾਰਮਿਕ ਪਹਿਰਾਵਾ ਵੇਖ ਲਿਆ ਹੋਵੇਗਾ ਇਹਨਾਂ ਨੇ। ਚੰਗਾ ਨਾਉ ਰਖਾਏ ਕਹਿ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਕੀਟਾ ਅੰਦਰ ਲੋਕਾਂ ਦਾ ਸੰਤ, ਇੱਧਰ ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੈ। ਗੁਰੂ ਨਾਨਕ ਦੇ ਦਰ ਦਾ ਸੰਤ, ਜਿਨ ਕੈ ਹੀਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੀ ਭਲ। ਭਾਂਤ ਸਤ ਸੰਗੀਆਂ ਚੋਂ ਜਿਹਦੇ ਅੰਦਰ ਗੁਰੂ ਨਾਨਕ ਨਿਰੰਕਾਰੀ ਦੀ ਯਾਦ ਟਿਕ ਗਈ, ਉਹ ਸੰਤ ਹੈ। ਤੇ ਜਿੱਥੇ ਗੁਰੂ ਨਾਨਕ ਟਿਕ ਗਿਆ ਉੱਥੇ ਵਿਕਾਰ ਨਹੀਂ ਰਹਿੰਦੇ, ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਰਹਿੰਦੇ। ਹਿੰਦੀ ਦਾ ਇੱਕ ਸ਼ਾਇਰ ਕਹਿੰਦਾ ਭਟਕਣਾ ਇਨਸਾਨ ਕੀ ਫਿਤਰਤ ਹੈ, भटकना इंसान की फितरत है, थम जाने से वो संत हो जाएगा, थम जाने से वो संत हो जाएगा। कहते फितरत है बंदे दी, दौड़ा भजा रहिंदा है, टिक गया माने दा टिक गया, ये संत अखवावेगा। जब अपना लेगा संत प्रवृत्ति, जब अपना लेगा संत प्रवृत्ति, हर भटकाव का अंत हो जाएगा। पुरातन सनातन जिहड़े महापुरुष होए ने ना, उन्हां दे जीवन नूं देख के उसनूं अपने जीवन विच धार के, सिद्धांत नूं अपना के, महापुरुषां दी संगत करके उन्हां दी रीसे जदों उन्हां वर्गा जीवन बना लवेगा ना, कहंदे भटकणा दा अंत हो जांदा है, वो फिर संत हुंदा है। भाव महापुरुषां दी संगत तो बिना कोई जग्यासू संत दी उपाधि नहीं मान सकता। तुसीं बाबा आनंद सिंह जी महाराज दा जीवन पढ़ लो, किहदी संगत नाले बरकतां हासिल हुंदियां ने। संत बाबा महा हरनाम सिंह जी, तुसीं बाबा ईसर सिंह जी महाराज दा जीवन पढ़ लो, किहदी संगत नाल रंग लग्या। बाबा आनंद सिंह जी महाराज ਜਿਹੜੀਆਂ ਸੁਹਾਗਣਾ ਨੇ ਨਾ, ਸੁਹਾਗਣਾ ਤੇ ਕੁਆਰੀ ਜਿਹੜੀ ਗੁੱਡੀ ਹੁੰਦੀ ਹੈ, ਉਹਦਾ ਵਿਆਹ ਹੋਣ ਵਾਲਾ ਹੋਵੇ ਤੇ ਉਹ ਗਲੀ ਮੁਹੱਲੇ ਪੁੱਛਦੀ ਫਿਰੇ, ਨਹੀਂ ਭੈਣੇ ਦੱਸੋ ਖਸਮ ਕਿੱਦਾਂ ਖੁਸ਼ ਹੁੰਦਾ ਹੈ, ਘਰ ਕਿੱਦਾਂ ਵਸੇਗਾ, ਕਿਹੜੇ ਕਿਹੜੇ ਗੁਣ ਚਾਹੀਦੇ ਨੇ। ਤੇ ਉਹ ਗਲੀ ਮੁਹੱਲੇ ਸਹੇਲੀਆਂ ਆਖਣਗੀਆਂ, ਭੈਣੇ ਅਸੀਂ ਵੀ ਕੁਆਰੀਆਂ, ਕੋਈ ਵਿਆਹੀ ਲੱਭ, ਕੋਈ ਸੁਹਾਗਣ ਲੱਭ। ਉਹ ਫਿਰ ਸੁਹਾਗਣ ਨੂੰ ਲੱਭ ਕੇ ਉਹਦੇ ਕੋਲੋਂ ਗੁਣ ਪੁੱਛਦੀ ਹੈ ਵੀ ਖਸਮ ਕਿੱਦਾਂ ਰੀਝਦਾ ਹੈ,
ਸੰਤ ਗੁਰੂ ਦੀਆਂ ਸੁਹਾਗਣਾ ਨੇ, ਅਕਾਲ ਪੁਰਖ ਦੇ ਦਰ ਦੀਆਂ ਸੁਹਾਗਣਾ ਨੇ। ਤੇ ਜਿਹੜਾ ਸੰਗਤ ਕਰਦਾ ਹੈ ਮਹਾਂਪੁਰਸ਼ਾਂ ਦੀ, ਉਸ ਨੂੰ ਇਹ ਜਾਚ ਆ ਜਾਂਦੀ ਹੈ ਵੀ ਗੁਰੂ ਨੂੰ ਰਿਝਾਉਣਾ ਕਿੱਦਾਂ ਹੈ, ਗੁਰੂ ਨੂੰ ਖੁਸ਼ ਕਿਵੇਂ ਕਰਨਾ ਹੈ। ਸੋ ਸੰਤ ਪ੍ਰਵਿਰਤੀ ਨੂੰ ਅਪਣਾਉਣ ਦੇ ਲਈ ਸੰਤ ਦੀ ਸੰਗਤ ਬੜੀ ਜ਼ਰੂਰੀ ਹੈ। ਅੱਛਾ, ਕਬੀਰ ਜੀ ਦੇ ਬੋਲ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੋਂ ਬਾਅਦ ਵੀ ਬੜੇ ਮਿਲ ਪੈਂਦੇ ਨੇ। ਜਦੋਂ ਕਬੀਰ ਗ੍ਰੰਥਾਵਲੀ ਤੁਸੀਂ ਪੜ੍ਹਦੇ ਹੋ ਨਾ, ਉਸ ਮਹਾਂਪੁਰਸ਼ ਨੇ ਇੱਕ ਬਚਨ ਕਿਹਾ ਹੈ, ਨਿਰਵੈਰੀ ਨੇ ਹਕਾਮਤਾ, ਨਿਰਵੈਰੀ ਨੇ ਹਕਾਮਤਾ, ਸਾਈਂ ਸੇਤੀ ਨੇਹ ਵਿਖਿਆ ਸੋ, ਨਿਆਰਾ ਰਹੇ ਸੰਤਨ ਕਾ ਅੰਗ ਇਹ। ਕਹਿੰਦੇ ਇੱਕ ਸਾਈਂ ਦੀ ਪ੍ਰੀਤੀ ਹੈ ਉਹਦੇ ਅੰਦਰ ਉਹਦੀ ਯਾਦ ਟਿਕੀ ਹੈ, ਤੇ ਵਿਖਿਆ ਤੋਂ ਵੱਖ ਰਹਿੰਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੱਖਰਾ ਜੋ ਹੋ ਗਿਆ। ਕਬੀਰ ਗੰਥਰਾਵਲੀ ਦੇ ਬੋਲ ਨੇ, ਉਹ ਮਹਾਂਪੁਰਸ਼ ਅਖਵਾਵੇਗਾ, ਉਹ ਸੰਤ ਅਖਵਾਵੇਗਾ। ਜਿਹਦੇ ਨੇੜੇ ਹਜੇ ਵਿਕਾਰ ਨੇ ਨਾ, ਉਹ ਸੰਤ ਨਹੀਂ ਹੁੰਦਾ। ਇੱਥੇ ਬਾਣੀ ਕੀ ਕਹਿੰਦੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ, ਸੰਤ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਕਹਿੰਦੇ ਸੰਤ ਉੱਠਿਆ ਹੈ, ਨਾਮ ਜਪੇਗਾ, ਸਰੀਰ ਨੂੰ ਆਰਾਮ ਦੇਣ ਲਈ ਲੇਟਿਆ ਹੈ, ਨਾਮ ਜਪੇਗਾ, ਰਸਤੇ 'ਚ ਜਾ ਰਿਹਾ ਹੈ, ਨਾਮ ਜਪੇਗਾ। ਸੰਤ ਜਿੱਥੇ ਵੀ ਹੈ ਉੱਥੇ ਹੀ ਗੁਰੂ ਨਾਨਕ ਦੇ ਨਾਮ ਨੂੰ ਜਪਦਾ ਹੈ। ਸਰਵਨ ਸੁਨੀਜੈ ਅੰਮ੍ਰਿਤ ਕਥਾ, ਜਾਸ ਸੁਣੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲੱਥਾ। ਉਹ ਕੰਨਾਂ ਨਾਲ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਗੀਤ ਹੀ ਸੁਣਦਾ ਹੈ, ਕਥਾ ਹੀ ਸੁਣਦਾ ਹੈ। ਉਹਨੂੰ ਹੋਰ ਚੁਗਲੀ ਨਿੰਦਾ ਚੋਂ ਬਹੁਤਾ ਕੋਈ ਰਸ ਨਹੀਂ ਆਉਂਦਾ। ਇਸ ਗੱਲ ਦਾ ਖਿਆਲ ਰੱਖਿਓ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੰਤ ਚਿੱਤੋ ਪਹਿਰ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ। ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ, ਔਰ ਗਲੂਏ ਦੇ ਨਾਲ ਅਕਾਲ ਪੁਰਖ ਦੇ ਗੀਤ ਗਾ ਕੇ ਉਹ ਇਸ ਅੰਮ੍ਰਿਤ ਨੂੰ ਪੀਂਦਾ ਹੈ। ਆਠ ਪਹਿਰ ਜਿਸ ਵਿਸਰੈ ਨਾਹੀ, ਇਹ ਸਭ ਸੰਤ ਦੀਆਂ ਡੈਫੀਨੇਸ਼ਨਾਂ ਨੇ। ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੈ ਨਾਨਕ ਤਿਸ ਲਗ ਪਾਈ। ਕਹਿੰਦੇ ਜਿਹਨੂੰ ਅਠੋ ਪਹਿਰ ਪਰਮਾਤਮਾ ਨਾ ਭੁੱਲੇ, ਉਹ ਸੰਤ ਹੈ। ਜਿਹੜਾ ਉਸ ਦੀ ਸ਼ਰਨ ਚਲਿਆ ਗਿਆ ਉਹੀ ਮੁਕਤ ਹੋਵੇਗਾ। ਇੰਨੀ ਮਹਾਨਤਾ ਮਹਾਂਪੁਰਸ਼ਾਂ ਨੂੰ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ, ਵੀ ਜੇ ਮੁਕਤੀ ਚਾਹੁੰਦਾ ਹੈ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ, ਤੈਨੂੰ ਨਿਜਾਤ ਮਿਲ ਜਾਵੇਗੀ। ਇੱਕ ਗਜ਼ਲ ਹੈ ਭਾਈ ਨੰਦ ਲਾਲ ਦੀ, ਫਾਰਸੀ ਦੇ ਬੋਲ ਨੇ, ਖੁਸ਼ ਨਵੇਂ ਆਇਦ ਮਰਾ, ਗਾਹੇ ਬਗੈਰ ਅਜ਼ ਯਾਦ ਹਿੱਕ। ਖੁਸ਼ ਨਵੇਂ ਆਇਦ ਮਰਾ, ਗਾਹੇ ਬਗੈਰ ਅਜ਼ ਯਾਦ ਹਿੱਕ। ਅੱਗੇ ਮਹਾਂਪੁਰਸ਼ ਕਹਿੰਦੇ ਨੇ, ਤਾਂ ਹਦੀਸੇ ਇਸ਼ਕਿਓ, ਤਾਂ ਹਦੀਸੇ ਇਸ਼ਕਿਓ ਅੰਦਰ ਦਿਲਮ ਮਾਵਾ ਗਰਿਫਤ। ਕਹਿੰਦੇ ਸੰਤ ਉਹ ਜਿਹਨੂੰ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਤੇ ਕਹਿੰਦੇ ਜਦੋਂ ਦੀ ਉਹਨਾਂ ਦੇ ਦਿਲ ਦੀ ਗ੍ਰਿਫਤ ਵਿੱਚ ਪਰਮਾਤਮਾ ਦਾ ਨਾਮ ਆਇਆ ਨਾ, ਦਿਲ ਵਿੱਚ ਪਰਮਾਤਮਾ ਦਾ ਨਾਮ ਉਹਨਾਂ ਦੇ ਟਿਕਿਆ ਹੈ, ਜਦੋਂ ਦੀ ਉਹਨਾਂ ਦੇ ਦਿਲ ਅੰਦਰ ਪਰਮਾਤਮਾ ਦੇ ਨਾਮ ਨੇ ਜਗ੍ਹਾ ਬਣਾਈ ਹੈ, ਉਹਨਾਂ ਨੂੰ ਕੁਝ ਦੂਸਰਾ ਭਾਉਂਦਾ ਹੀ ਨਹੀਂ ਹੈ, ਕੋਈ ਹੋਰ ਰਸ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ। ਸੋਲਨ ਦੀਆਂ ਪਹਾੜੀਆਂ ਤੇ ਬਾਬਾ ਨੰਦ ਸਿੰਘ ਦਾ ਚੌਂਕੜਾ, ਤੁਸੀਂ ਜੇ ਧਿਆਨ ਨਾਲ ਵਾਚੋਗੇ ਤੇ ਇਹ ਮਹਾਂਪੁਰਸ਼ ਉੱਥੇ ਹੀ ਬੈਠਦੇ ਸਨ ਜਿੱਥੇ ਸੰਸਾਰੀ ਰਸ ਪਨਪ ਨਾ ਸਕਣ, ਜਾਂ ਤੇ ਇਕਾਂਤ ਲੱਭ ਲੈਣਾ, ਉਜਾੜ ਲੱਭ ਲੈਣਾ, ਔਰ ਨਗਰਾਂ ਤੋਂ ਦੂਰ ਦੁਰਾਡੇ ਹੀ ਚੌਂਕੜਾ ਲਾਉਣਾ ਵੀ ਕੋਈ ਮੈਨੂੰ ਇਬਾਦਤ ਕਰਦੇ ਨੂੰ, ਬੰਦਗੀ ਕਰਦੇ ਨੂੰ, ਗੁਰੂ ਨਾਨਕ ਦੇ ਗੀਤ ਗਾਉਂਦੇ ਨੂੰ ਵੇਖ ਨਾ ਲਵੇ। ਦੇਖੋ ਗੱਲ ਦਾ ਖਿਆਲ ਰੱਖਿਓ, ਵੰਡ ਉਹੀ ਸਕਦਾ ਹੈ ਜਿਹਦੇ ਕੋਲ ਖਜ਼ਾਨਾ ਹੋਵੇਗਾ।
ਪਹਿਲਾਂ ਦੇ ਇਕੱਠਾ ਕਰ ਰਹੇ ਨੇ ਨਾ, ਗੁਰੂ ਨਾਨਕ ਦਾ ਨਾਮ ਜਪਣਾ ਹੈ। ਵੰਡਣ ਦੀ ਬਾਤ ਫਿਰ ਆਵੇਗੀ। ਜਿਹੜਾ ਲੋਕਾਈ ਨੂੰ ਸਿੱਖ ਜਗਤ ਦੀ ਮਹਾਨ ਮਰਿਆਦਾ ਨਾਲ ਜੋੜਿਆ, ਖੰਡੇ ਦੀ ਪੌਲ ਕਈਆਂ ਨੂੰ ਛਕਾਈ, ਗੁਰੂ ਵਾਲੇ ਬਣਾਇਆ। ਪਹਿਲਾਂ ਆਪ ਗੁਰੂ ਵਾਲੇ ਬਣੇ, ਪਹਿਲਾਂ ਆਪ ਗੁਰੂ ਨਾਨਕ ਨਿਰੰਕਾਰੀ ਦੇ ਕੋਲੋਂ ਨਾਮ ਦੇ ਗੱਫੇ ਲਏ ਤੇ ਫਿਰ ਕਿਤੇ ਵੰਡੇ ਨੇ। ਹੁਣ ਡਿਸਟਰਬੈਂਸ ਨਾ ਹੋਵੇ, ਇਕਾਗਰਤਾ ਨਾ ਟੁੱਟੇ, ਧਿਆਨ ਨਾ ਟੁੱਟੇ। ਇਕਾਂਤ ਜਗ੍ਹਾ ਲੱਭਦੇ ਸਨ, ਤੇ ਜਿਹਨੂੰ ਆਪਣੇ ਵਰਗੇ ਨੂੰ ਸੰਸਾਰ ਚੋਂ ਰਸ ਆਉਂਦਾ ਹੈ, ਉਹ ਇਕਾਂਤ ਵਿੱਚ ਨਹੀਂ ਬੈਠ ਸਕਦਾ। ਇਕਾਂਤ 'ਚ ਉਹੀ ਬਹਿੰਦਾ ਹੈ ਜਿਹਨੂੰ ਨਿਰੰਕਾਰ ਚੋਂ ਰਸ ਆਉਂਦਾ ਹੈ। ਆਪਾਂ ਨੂੰ ਵੇਖਿਓ ਤੁਸੀਂ, ਭੀੜ ਭੜੱਕਾ ਬਹੁਤਾ ਚੰਗਾ ਲੱਗਦਾ ਹੈ, ਤੇ ਜਿੱਥੇ ਭੀੜ ਭੜੱਕਾ ਨਾ ਹੋਵੇ, ਦੁਨਿਆਵੀ ਰਸਕਸ ਨਾ ਹੋਣ, ਦੁਨੀਆ ਦੀਆਂ ਰੰਗੀਨੀਆਂ ਨਾ ਹੋਣ, ਉੱਥੇ ਮਨ ਨਹੀਂ ਲੱਗਦਾ ਆਪਣਾ। ਬਾਬਾ ਈਸਰ ਸਿੰਘ ਨਾਲ ਹੁੰਦੇ ਨੇ ਕਈ ਸਾਲ, ਉਜਾੜ ਦੇ ਵਿੱਚ ਬੈਠਿਆਂ ਲੰਘ ਜਾਣੇ, ਇਬਾਦਤ ਕਰਦਿਆਂ ਲੰਘ ਜਾਣੇ, ਗੁਰੂ ਨਾਨਕ ਦੇ ਗੀਤ ਗਾਉਂਦਿਆਂ ਲੰਘ ਜਾਣੇ। ਤੇ ਬਾਬਾ ਆਨੰਦ ਸਿੰਘ ਦਾ ਅਡੋਲ ਚੌਂਕੜਾ ਹੁੰਦਾ ਸੀ। ਐਵੇਂ ਘੰਟੇ ਕੁ ਦਾ ਸਰੀਰ ਨੂੰ ਆਰਾਮ ਦੇਣਾ, ਤੇ ਤੜਕੇ ਉੱਠ ਕੇ ਫਿਰ ਗੁਰੂ ਨਾਨਕ ਦੀ ਮਹਾਨ ਅਗੰਮੀ ਯਾਦ ਵਿੱਚ ਚੌਂਕੜਾ ਲਾ ਕੇ ਬੈਠ ਜਾਣਾ। ਫਿਰ ਧਿਆਨ ਦਿਓ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਇਹਨਾਂ ਮਹਾਂਪੁਰਸ਼ਾਂ ਦਾ ਕੀ ਕਰਮ ਹੈ, ਕੀ ਕਾਰਜ ਹੈ, ਕੀ ਕਿਰਤ ਹੈ, ਕੀ ਕਮਾਈ ਕਰਦੇ ਨੇ? ਕਹਿੰਦੇ ਕੁਝ ਵੀ ਨਹੀਂ, ਬਸ ਚੌਂਕੜਾ ਲਾ ਕੇ ਬੈਠੇ ਨੇ। ਦੁਨਿਆਵੀ ਕਮਾਈ ਕੋਈ ਨਹੀਂ ਹੈ। ਇਹ ਅਕਾਲ ਪੁਰਖ ਦੇ ਨਾਮ ਨੂੰ ਇਕੱਠਿਆਂ ਕਰ ਰਹੇ ਨੇ, ਔਰ ਇਹ ਐਸਾ ਧਨ ਹੈ ਜਿਹੜਾ ਲੋਕ ਦੇ ਨਾਲ ਨਾਲ ਪਰਲੋਕ ਵਿੱਚ ਵੀ ਕੰਮ ਆਉਂਦਾ ਹੈ। ਸਾਡਾ ਇੱਥੋਂ ਵਾਲਾ ਤੇ ਮੜੀਆਂ ਤੱਕ ਜਾਂਦਿਆਂ ਜਾਂਦਿਆਂ ਹੀ ਮੁੱਕ ਜਾਂਦਾ ਹੈ। ਬਾਣੀ ਦਾ ਇੱਕ ਫੁਰਮਾਨ ਹੈ, ਹਰ ਹਰ ਨਿਤ ਜਪਿਓ ਸੰਤੋ, ਲਾਹਾ ਖਟਿਓ ਦਿਹਾੜੀ। ਸੰਤਾਂ ਨੇ ਕੀ ਕਮਾਈ ਕੀਤੀ, ਕੀ ਲਾਹਾ ਖਟਿਆ ਹੈ? ਕਹਿੰਦੇ ਨਿਤ ਅਕਾਲ ਪੁਰਖ ਦੇ ਗੀਤ ਗਾਏ ਨੇ। ਇਹ ਸੁੱਤੇ ਨਹੀਂ, ਇਹ ਕਮਾਈ ਕਰਦੇ ਰਹੇ। ਤੇ ਦੁਨੀਆ ਦੀ ਜਿਹੜੀ ਬਾਤ ਹੈ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਤੇ ਸਾਡੇ ਵਰਗੇ ਸੁੱਤੇ ਹੀ ਰਹਿ ਗਏ, ਵਿਕਾਰਾਂ ਦੀ ਨੀਂਦੇ, ਮਾਇਆ ਦੀ ਨੀਂਦੇ, ਰਜੋ ਤਮੋ ਸਤੋ ਤਿੰਨਾਂ ਗੁਣਾਂ ਵਿੱਚ ਦੁਨੀਆ ਸੁੱਤੀ ਰਹਿ ਗਈ। ਤੇ ਮਹਾਂਪੁਰਸ਼ ਤੁਰਿਆ ਵਿੱਚ ਜਾਗਦੇ ਗੁਰੂ ਨਾਨਕ ਦੇ ਗੀਤ ਗਾ ਕੇ ਜੀਵਨ ਸਫਲਾ ਕਰ ਗਏ। ਇੱਕ ਬਣਿਆ ਮਹਾਂਪੁਰਸ਼, ਇੱਕ ਬਣਿਆ ਦੁਨਿਆਵੀ ਇਨਸਾਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰਾ ਜੈਸਾ, ਜਨਮ ਹੈ ਕੌਡੀ ਬਦਲੇ ਜਾਏ। ਕਹਿੰਦੇ ਸਾਰੀ ਦਿਹਾੜੀ ਖਾਣੋਂ ਨਾ ਹਟਿਆ, ਤੇ ਜਦੋਂ ਛਕਣੋਂ ਨਾ ਹਟਿਆ ਤੇ ਰਾਤ ਸੁੱਤਿਆਂ ਹੀ ਲੰਘ ਗਈ। ਇਹ ਤੇ ਇੰਨਾ ਕੁ ਸਮਝਦੇ ਹੀ ਹੋ ਨਾ, ਵੀ ਜਦੋਂ ਟੋਕਰਾ ਭਰ ਕੇ ਰੋਟੀਆਂ ਦਾ ਖਾਣਾ ਹੈ ਤੇ ਅੱਖ ਕਿੱਥੋਂ ਤੜਕੇ ਖੁੱਲੇਗੀ। ਉਹ ਰੋਟੀਆਂ ਦਾ ਭਾਰ ਨਹੀਂ ਉੱਠਣ ਦਿੰਦਾ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ, ਜਨਮ ਹੀਰੇ ਵਰਗਾ ਸੀ, ਸੌਂ ਕੇ ਹੀ ਗਵਾ ਲਿਆ। ਦੂਜੇ ਬੰਨੇ ਆਪੋਜ਼ਿਟ ਮਹਾਂਪੁਰਸ਼, ਉਠਤ ਬੈਠਤ ਸੋਵਤ ਨਾਮ। ਅਕਾਲ ਪੁਰਖ ਦੇ ਨਾਮ ਨੂੰ ਧਿਆਉਂਦੇ ਨੇ, ਉੱਠਦੇ ਨੇ, ਬਹਿੰਦੇ ਨੇ, ਸੌਂਦੇ ਨੇ, ਜਾਗਦੇ ਨੇ, ਅਕਾਲ ਪੁਰਖ ਦੇ ਗੀਤ ਗਾਉਂਦੇ ਨੇ। ਉਹਨਾਂ ਨੇ ਇਸ ਜੀਵਨ ਨੂੰ ਸਫਲਿਆਂ ਕੀਤਾ। ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਾ ਹੈ ਅੰਮ੍ਰਿਤ ਬਾਣੀ। ਕੇਵਲ ਉਹੀ ਜਾਗੇ ਜਿਨ੍ਹਾਂ ਤੇ ਗੁਰੂ ਨਾਨਕ ਦੀ ਕਿਰਪਾ ਹੋਈ, ਔਰ ਉਹਨਾਂ ਦੇ ਗਲੂਏ ਚੋਂ ਜਦੋਂ ਵੀ ਨਿਕਲਿਆ, ਸਤਨਾਮ ਸ੍ਰੀ ਵਾਹਿਗੁਰੂ ਹੀ ਨਿਕਲਿਆ ਹੈ। ਅਕਾਲ ਪੁਰਖ ਦੇ ਗੀਤ ਹੀ ਨਿਕਲੇ ਨੇ। ਤੇ ਜਿਨੇ ਦਿਨ ਰਾਤ ਅਕਾਲ ਪੁਰਖ ਦੇ ਗੀਤ ਗਾਏ, ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੇ। ਜਾਗਤ ਰਹਿਣ ਵਿਹਾਣੀ। ਮਹਾਂਪੁਰਸ਼ਾਂ ਨੇ ਤਤ ਪਾ ਲਿਆ, ਗੁਰੂ ਨਾਨਕ ਪਾ ਲਿਆ, ਅਕਾਲ ਪੁਰਖ ਪਾ ਲਿਆ। ਰਾਤ ਸੌਂ ਕੇ ਨਹੀਂ ਗਵਾਈ, ਇਬਾਦਤ ਕਰਕੇ ਸਫਲੀ ਕੀਤੀ ਹੈ। ਇਹ ਜਿਨ੍ਹਾਂ ਚੌਂਕੜੇ ਲਾਏ, ਜਿਨ੍ਹਾਂ ਰਸ ਲਿਆ, ਉਹਨਾਂ ਦੀ ਦੁਨੀਆ ਤੇ ਵਡਿਆਈ ਹੈ। ਔਰ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ।
70 ਈਸਵੀ ਦੇ ਕਰੀਬ ਕੱਤਕ ਦੀ ਪੂਰਨਮਾਸ਼ੀ ਹੈ। ਮਹਾਂਪੁਰਸ਼ਾਂ ਦਾ ਆਗਾਜ਼ ਹੋਇਆ ਬਾਬਾ ਨੰਦ ਸਿੰਘ ਜੀ ਮਹਾਰਾਜ ਹੋਣਾ ਦਾ ਆਗਾਜ਼ ਹੁੰਦਾ ਹੈ ਸ਼ੇਰਪੁਰ ਕਲਾਂ। ਤੁਸੀਂ ਥੋੜ੍ਹਾ ਸਮਾਂ ਪਹਿਲਾਂ ਵੀ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੇਅੰਤ ਸਮਾਗਮ ਦੇਸ਼ਾਂ ਦੇਸ਼ਾਂਤਰਾਂ ਵਿੱਚ ਸਰਵਣ ਕੀਤੇ ਨੇ। ਹਾਜ਼ਰੀਨ ਹੋ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕੀਤਾ ਹੈ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕਰਕੇ। ਉਹ ਐਸੇ ਮਹਾਂਪੁਰਸ਼ ਸਨ ਜਿਨ੍ਹਾਂ ਦੇ ਨਾਲ ਨਾਲ ਉਹਨਾਂ ਦੇ ਮਾਈ ਬਾਪ, ਉਹਨਾਂ ਦੀ ਕੁੱਲ, ਉਹਨਾਂ ਦੇ ਨਗਰ ਥਾਂ ਦਾ ਵੀ ਦੁਨੀਆ ਤੇ ਨਾਮ ਹੋ ਗਿਆ। ਭਾਈ ਜੈ ਸਿੰਘ, ਮਾਤਾ ਸਦਾ ਕੌਰ, ਇਹ ਪਾਕ ਪਰਿਵਾਰ ਹੈ ਜਿੱਥੇ ਉਹਨਾਂ ਮਹਾਂਪੁਰਸ਼ਾਂ ਦਾ ਆਗਾਜ਼ ਹੁੰਦਾ ਹੈ। ਘਰ ਦੇ ਵਿਆਹ ਕਰਨਾ ਚਾਹੁੰਦੇ ਨੇ, ਪਰ ਭਾਵਨਾ ਕੁਝ ਐਸੀ ਹੈ ਵੀ ਇਹ ਜੀਵਨ ਕੇਵਲ ਸਿੱਖ ਜਗਤ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਲਈ ਲਾਉਣਾ ਹੈ। ਹੋਰ ਕਾਰ ਵਿਵਹਾਰ ਨਾ ਛੇੜਨੇ ਹੀ ਨੇ ਤੇ ਨਾ ਇਸ ਜੀਵਨ ਨੂੰ ਹੋਰਾਂ ਦੁਨਿਆਵੀ ਕਰਮਾਂ ਵਿੱਚ ਅਜਾਈਂ ਗਵਾਉਣਾ ਹੈ। ਘਰ ਛੱਡ ਕੇ ਹਜ਼ੂਰ ਸਾਹਿਬ ਚਲੇ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰ ਤੇ ਬੇਅੰਤ ਸੇਵਾਵਾਂ ਕੀਤੀਆਂ। ਲੰਬੇਰਾ ਸਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕੀਤੀ, ਇਬਾਦਤ ਕੀਤੀ, ਬੰਦਗੀ ਕੀਤੀ। ਸੇਵਾ ਦੇ ਵੀ ਦੋ ਪੱਖ ਨੇ ਨਾ, ਇੱਕ ਹੈ ਭਜਨ ਕਰਨਾ, ਦੂਸਰਾ ਹੈ ਖਿਦਮਤ ਕਰਨੀ। ਜਿੱਥੇ ਖਿਦਮਤ ਦੀ ਗੱਲ ਹੈ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ। ਸੇਵਾ ਸੌਖੀ ਨਹੀਂ ਹੈ। ਘਰ-ਬਾਰ ਛੱਡ ਕੇ ਅਕਾਲ ਪੁਰਖ ਦੀ ਸੇਵਾ ਕਰਨੀ ਕੋਈ ਸੁਖਾਲੀ ਨਹੀਂ ਹੈ। ਕਹਿੰਦੇ ਅਨਕ ਭਾਂਤ ਕਰ ਸੇਵਾ ਕਰੀਏ। ਕਈ ਪੁੱਛ ਲੈਂਦੇ ਕਿਹੜੀ ਕਿਹੜੀ ਸੇਵਾ ਕਰੀਏ। ਮਹਾਰਾਜ ਕਹਿੰਦੇ ਬੜੀਆਂ ਨੇ। ਪਾਣੀ ਪੱਖਾ ਕਰੋ ਤਜ ਅਭਿਮਾਨ। ਕਹਿੰਦੇ ਪਾਣੀ ਢੋਲਿਆ ਕਰ, ਸੰਗਤ ਨੂੰ ਜਲ ਛਕਾ ਲਿਆ ਕਰ, ਗੁਰੂ ਘਰ ਪੱਖਾ ਝੱਲ ਦਿਆ ਕਰ। ਜਾਤ ਦਾ ਅਹੰਕਾਰ ਛੱਡ ਕੇ ਇਸ ਅਭਿਆਸ ਦਾ, ਸੇਵਾ ਦਾ, ਕਮਾਈ ਦਾ ਅਹੰਕਾਰ ਛੱਡ ਕੇ ਸੇਵਾ ਕਰਿਆ ਕਰ। ਦੂਸਰਾ ਪੱਖ ਹੈ ਉਪਾਸ਼ਨਾ ਕਰਨੀ, ਬੰਦਗੀ ਕਰਨੀ। ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਭਗਤੀ ਕਰਨੀ। ਦੋਵੇਂ ਕਾਰਜ ਬਾਬਾ ਨੰਦ ਸਿੰਘ ਜੀ ਹੁਣਾਂ ਨੇ ਕੀਤੇ ਨੇ ਹਜ਼ੂਰ ਸਾਹਿਬ ਗੁਰਾਂ ਦੇ ਚਰਨਾਂ ਵਿੱਚ। ਤੇ ਸੇਵਾ ਦਾ ਫਲ ਕੀ ਹੈ? ਤੁਸੀਂ ਮਹਾਂਪੁਰਸ਼ਾਂ ਪਾਸ ਗੁਰੂ ਘਰ ਸੇਵਾ ਕਰਦੇ ਹੋ, ਗੁਰੂ ਦੇ ਦਰ ਤੇ ਸੇਵਾ ਕਰਦੇ ਹੋ, ਇਹਦਾ ਫਲ ਕੀ ਹੈ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪ ਮੁਕਤ ਸੰਗੀ ਤਰੈ ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਕਈ ਆਖਣਗੇ ਲਓ ਇਦਾਂ ਹੋ ਹੀ ਨਹੀਂ ਸਕਦਾ ਵੀ ਇਹ ਪਰਿਵਾਰ ਦੇ ਇੱਕ ਮੈਂਬਰ ਨੇ ਇਬਾਦਤ ਕੀਤੀ, ਭਗਤੀ ਕੀਤੀ, ਉਪਾਸ਼ਨਾ ਕੀਤੀ, ਸੇਵਾ ਕੀਤੀ ਤੇ ਕੁਟੰਬ ਤਰ ਜਾਵੇ, ਪਰਿਵਾਰ ਤਰ ਜਾਵੇ। ਐਸੇ ਸਾਕਤ ਬੰਦੇ ਨੂੰ ਇਹ ਜਵਾਬ ਦਿਆ ਕਰੋ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪ ਮੁਕਤ ਸੰਗੀ ਤਰੈ ਕੁੱਲ ਕੁਟੰਬ ਉਧਾਰੇ। ਆਪ ਮੁਕਤ ਹੋਵੇਗਾ ਹੀ, ਉਹਦਾ ਕੁਟੰਬ ਘਰ ਵਾਲੀ ਤੋਂ ਪੈਦਾ ਹੋਇਆ ਪਰਿਵਾਰ ਉਹ ਵੀ ਮੁਕਤ ਹੋਵੇਗਾ। ਇੱਥੇ ਹੀ ਬਸ ਨਹੀਂ, ਜਿਹੜੇ ਉਹਦੇ ਯਾਰ ਨੇ ਨਾ, ਯਾਰ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਦੇ ਵਿਲ ਬੀ ਲਿਬਰੇਟਡ। ਉਹਦੇ ਯਾਰਾਂ ਨੂੰ ਵੀ ਮੁਕਤੀ ਮਿਲ ਜਾਂਦੀ ਹੈ। ਸੇਵਾ ਦਾ ਏਡਾ ਵੱਡਾ ਫਲ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਹਦੀ ਸੇਵਾ? ਇਹ ਫਲ ਬਖਸ਼ਦੀ ਹੈ। ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਗੁਰੂ ਦੇ ਦਰ ਤੇ ਕੀਤੀ ਹੋਈ ਸੇਵਾ ਐਸੀ ਮਹਾਨਤਾ ਰੱਖਦੀ ਹੈ। ਕਹਿੰਦੇ ਸੇਵਾ ਕਰਦਿਆਂ ਕਰਦਿਆਂ ਨਾ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕੋਈ ਐਸੀ ਅਜ਼ਮਤ ਵਰਤੀ, ਇੱਕ ਅੰਤਰ ਆਤਮੇ ਆਵਾਜ਼ ਸੁਣਾਈ ਦਿੱਤੀ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਹੁਣ ਬਾਣੀ ਦਾ ਅਭਿਆਸ ਤੁਸੀਂ ਬੜਾ ਕਰਦੇ ਹੋ, ਪਰ ਇਹਦਾ ਫਲ ਵੱਧ ਜਾਵੇ, ਗੁਰਬਾਣੀ ਦੀ ਸੰਥਿਆ ਕਰ ਲਓ। ਮਹਾਂਪੁਰਸ਼ ਹਜ਼ੂਰ ਸਾਹਿਬੋਂ ਲਹਿਰੇ ਖਾਨੇ ਬਠਿੰਡੇ ਦੇ ਇਲਾਕੇ ਵਿੱਚ ਆ ਜਾਂਦੇ ਨੇ।
ਇਲਾਕੇ ਵਿੱਚ ਆ ਕੇ ਸੰਤ ਵਧਾਵਾ ਸਿੰਘ ਜੀ ਮਹਾਰਾਜ ਉਹਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਕ ਬਾਣੀ ਦੀ ਸੰਥਿਆ ਲਈ ਹੈ। ਉਹਨਾਂ ਦੇਖਣਾ ਵੀ ਇਹ ਸੰਥਿਆ ਲੈਂਦੇ ਨੇ, ਅੰਮ੍ਰਿਤ ਵੇਲਾ ਸਾਂਭਦੇ ਨੇ, ਰਾਤ ਇਹਨਾਂ ਦੀ ਚੌਂਕੜੇ ਵਿੱਚ ਲੰਘਦੀ ਹੈ। ਉਡਾਰੀਆਂ ਉੱਚੀਆਂ ਨੇ ਤੇ ਉੱਚਿਆਂ ਕੋਲ ਹੀ ਲੈ ਜਾਣਾ ਚਾਹੀਦਾ ਹੈ। ਉਹ ਫਿਰ ਜਿਹੜੇ ਮਹਾਂਪੁਰਸ਼ ਸਨ ਜਿਨ੍ਹਾਂ ਕੋਲੋਂ ਵਿਦਿਆ ਪੜ੍ਹੀ, ਗੁਰੂ ਦੀ ਕਿਰਪਾ ਨਾਲ, ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ੍ਹ ਪੜ੍ਹ ਪਾਵੈ ਬਾਣ। ਮਹਾਂਪੁਰਸ਼ ਬਾਬਾ ਮਹਾ ਹਰਨਾਮ ਸਿੰਘ ਕੋਲ ਪੁੱਛੋ ਲੈ ਗਏ। 12 ਸਾਲ ਉਸ ਜਗ੍ਹਾ ਤੇ, ਉਹ ਖੂਹੀ ਸਾਹਿਬ ਹੈ ਨਾ ਗੁਰਦੁਆਰਾ, ਜਿੱਥੇ ਪੁੱਛੋ ਵਾਲੇ ਸੰਤ ਸੇਵਾ ਕਰਵਾਉਂਦੇ ਨੇ, 12 ਸਾਲ ਉੱਥੇ ਇਬਾਦਤ ਕੀਤੀ ਹੈ ਔਰ ਐਸੀ ਕਠਨ ਤਪੱਸਿਆ ਕੀਤੀ ਹੈ ਗੁਰੂ ਨਾਨਕ ਨੂੰ ਖੁਸ਼ ਕਰਨ ਦੇ ਲਈ, ਮੁਰਸ਼ਦ ਨੂੰ ਖੁਸ਼ ਕਰਨ ਦੇ ਲਈ। ਮਹਾਂਪੁਰਸ਼ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਨਦਰ ਦੇ ਵਿੱਚ ਖਰੇ ਹੋਣ ਦੇ ਲਈ। ਜਦੋਂ ਤੁਸੀਂ ਸੁਣਦੇ ਹੋ ਨਾ ਇਲਾਕੇ ਦੇ ਲੋਕਾਂ ਤੋਂ, ਤੇ ਯਕੀਨ ਨਹੀਂ ਆਉਂਦਾ ਆਮ ਇਨਸਾਨ ਨੂੰ ਵੀ ਇੱਦਾਂ ਵੀ ਮਹਾਂਪੁਰਸ਼ ਤਪੱਸਿਆ ਕਰਦੇ ਨੇ। ਇੱਕ ਰੁੱਖ ਤੇ ਬੈਠ ਜਾਣਾ ਤੇ ਥੱਲੇ ਪਾਣੀ ਦਾ ਸੋਮਾ, ਉਹ ਟਹਿਣੀ ਤੇ ਬੈਠ ਕੇ ਇਬਾਦਤ ਕਰਨੀ, ਬੰਦਗੀ ਕਰਨੀ। ਉਹਦਾ ਕਾਰਨ ਕੀ ਸੀ? ਜਿਹੜਾ ਘੰਟਾ ਕੁ ਆਰਾਮ ਦਿੰਦੇ ਨੇ ਸਰੀਰ ਨੂੰ, ਮਨ ਵਿੱਚ ਧਾਰ ਲਿਆ ਵੀ ਨੀਂਦ ਨੂੰ ਜਿੱਤ ਲੈਣਾ ਹੈ, ਘੰਟਾ ਵੀ ਅਜਾਈਂ ਨਹੀਂ ਗਵਾਉਣਾ। ਤੇ ਜਦੋਂ ਟਹਿਣੀ ਤੋਂ ਸ਼ਾਖਾ ਤੋਂ ਡਿੱਗਣਗੇ, ਜੇ ਨੀਂਦ ਆਵੇਗੀ, ਝੋਕ ਲੱਗੇਗੀ, ਡਿੱਗਣਗੇ ਤੇ ਥੱਲੇ ਸੀਤ ਜਲ ਹੈ, ਤੇ ਉਹ ਨੀਂਦ ਉੱਡ ਜਾਵੇਗੀ ਤੇ ਫਿਰ ਚੜ ਕੇ ਰੁੱਖ ਤੇ ਬੈਠ ਕੇ ਇਬਾਦਤ ਕਰ ਲਵਾਂਗੇ। ਇਦਾਂ ਕਹਿੰਦੇ ਲੰਮਾ ਸਮਾਂ ਚੌਂਕੜਾ ਲਾ ਕੇ ਨੀਂਦ ਨੂੰ ਜਿੱਤ ਲਿਆ ਬਾਬਾ ਆਨੰਦ ਸਿੰਘ ਹੁਣਾਂ ਨੇ। 12 ਸਾਲ ਦੀ ਕਠਨ ਤਪੱਸਿਆ, ਇਬਾਦਤ ਤੋਂ ਬਾਅਦ ਬਾਬਾ ਮਹਾ ਹਰਨਾਮ ਸਿੰਘ ਹੁਣਾਂ ਨੇ ਬੜੇ ਗਲੂਏ ਮੁਬਾਰਕ ਤੋਂ ਮਹਾਨ ਬਚਨ ਉਹਨਾਂ ਨੂੰ ਕੀਤੇ। ਸੋ ਬਾਬਾ ਆਨੰਦ ਸਿੰਘ ਹੁਣਾਂ ਦੀ ਵਡਿਆਈ ਪਿੱਛੇ ਭਗਤੀ ਬੜੀ ਹੈ, ਇਬਾਦਤ ਬੜੀ ਹੈ, ਬੰਦਗੀ ਬੜੀ ਹੈ। ਇਉਂ ਸਮਝ ਲਓ ਉਹਨਾਂ ਨੇ ਜਿਹੜੇ ਗੀਤ ਗਾਏ ਨੇ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਵੇ ਲੱਖ 20 ਲੱਖ ਲੱਖ ਗੇੜਾ ਆਖੀਆ, ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਕਹਿੰਦੇ ਉਹਨਾਂ ਦਾ ਅਭਿਆਸ ਐਸਾ, ਉਹਨਾਂ ਦੀ ਇਬਾਦਤ ਐਸੀ, ਉਹਨਾਂ ਦੀ ਮੰਗ ਹੀ ਇਹ ਹੋਇਆ ਕਰਦੀ ਸੀ ਵੀ ਜਿਹੜੀ ਇੱਕ ਜ਼ੁਬਾਨ ਹੈ ਨਾ, ਇੱਕ, ਇਹ ਲੱਖਾਂ ਹੋ ਜਾਣ, ਲੱਖਾਂ ਹੋ ਜਾਣ, ਫਿਰ ਵੀ ਤੇਰੇ ਗੀਤ ਗਾਈਏ, ਫਿਰ ਵੀ ਐ ਗੁਰੂ ਨਾਨਕ ਤੇਰੇ ਗੀਤ ਗਾਈਏ, ਐ ਜਗਦੀਸ਼ ਤੇਰੇ ਗੀਤ ਗਾਈਏ। ਐਸੇ ਗੀਤ ਗਾ ਗਾ ਕੇ ਉਹ ਮਹਾਂਪੁਰਸ਼ ਪੌੜੀਆਂ ਚੜ੍ਹਦੇ ਗਏ। ਵੇਖੋ ਗੁਰੂ ਨਾਨਕ ਤਾਈਂ ਪਹੁੰਚਣ ਦੀ ਇਹੀ ਪੌੜੀ ਹੈ, ਨਾਮ। ਡੰਡੇ ਚੜ੍ਹਦੇ ਜਾਓ, ਨਾਮ ਜਪਦੇ ਜਾਓ ਤੇ ਕੰਨਾਂ ਨਾਲ ਨਾਮ ਨੂੰ ਸੁਣਿਆ ਕਰੋ। ਜਿਵੇਂ ਬਾਣੀ ਕਹਿੰਦੀ ਹੈ ਨਾ, ਕੋਟ ਕਰਨ ਦੀਜੈ ਪ੍ਰਭ ਪ੍ਰੀਤਮ, ਹਰ ਗੁਣ ਸੁਣੀਐ ਹੈ ਅਬਿਨਾਸੀ। ਇੰਨਾ ਕੁ ਰਸ ਹੈ ਮਹਾਂਪੁਰਸ਼ਾਂ ਨੂੰ ਨਾਮ ਦਾ। ਕਹਿੰਦੇ ਇਹ ਤੇ 2 ਕੰਨ ਹੀ ਨੇ ਨਾ, ਕਰੋੜਾਂ ਦੇ ਦਿਓ, ਹਰ ਕੰਨ ਦੇ ਵਿੱਚ ਗੁਰੂ ਨਾਨਕ ਤੇਰਾ ਨਾਮ ਹੀ ਸੁਣਨ ਦੀ ਤਾਂਘ ਹੈ, ਇੱਛਾ ਹੈ ਸਾਡੀ। ਸੋ ਬਾਬਾ ਆਨੰਦ ਸਿੰਘ ਹੁਣਾ ਐਸੀ ਘਾਲਣਾ ਕਾਲੀ। ਇਸ ਗੱਲ ਦਾ ਖਿਆਲ ਰੱਖਿਓ, ਕੂਕਣਾ ਪੈਂਦਾ ਹੈ, ਗਾਉਣਾ ਪੈਂਦਾ ਹੈ। ਤੁਸੀਂ ਆਖੋਗੇ ਨਹੀਂ ਇਹ ਵੀ ਠੀਕ ਨਹੀਂ, ਸਾਰੀ ਰਾਤ ਜਾਗ ਕੇ ਕੀ ਮਿਲੇਗਾ। ਡਰਾਈਵਰ ਵੀ ਜਾਗਦੇ ਨੇ, ਪਰ ਡਰਾਈਵਰਾਂ ਨੂੰ ਰਸ ਹੈ ਮਾਇਆ ਚੋਂ। ਚਲੋ ਡਰਾਈਵਰਾਂ ਨੂੰ ਹੀ ਆਪਾਂ ਪੁੱਛ ਲਾਂਗੇ ਵੀ ਕਿਉਂ ਜਾਗਦੇ ਹੋ, ਉਹ ਕਹਿੰਦੇ ਪੈਸਾ ਮਿਲਦਾ। ਤੇ ਪੈਸਾ ਕਿਉਂ ਚਾਹੀਦਾ? ਕਹਿੰਦੇ ਪੈਸੇ ਚੋਂ ਰਸ ਮਿਲਦਾ ਹੈ। ਇਦਾਂ ਹੀ ਮਹਾਂਪੁਰਸ਼ਾਂ ਦਾ ਸੁਭਾਅ ਹੈ। ਕਿਉਂ ਜਾਗਦੇ ਹੋ ਸਾਰੀ ਰਾਤ? ਕਹਿੰਦੇ ਨਾਮ ਮਿਲਦਾ ਹੈ। ਨਾਮ ਕੀ ਕਰਨਾ ਤੁਸੀਂ? ਕਹਿੰਦੇ ਨਾਮ ਚੋਂ ਰਸ ਮਿਲਦਾ ਹੈ। ਤੇ ਜਿਹਨੂੰ ਨਾਨਕ ਚੋਂ ਰਸ ਆ ਗਿਆ ਉਹ ਨਿਰੰਕਾਰੀ ਹੋ ਨਿਬੜਿਆ। ਜਿਹਨੂੰ ਸੰਸਾਰ ਚੋਂ ਰਸ ਆ ਗਿਆ ਉਹ ਮਾਇਆ ਦਾ ਪੱਤ ਹੋ ਨਿਬੜਿਆ। ਪਰ ਖਿਆਲ ਰੱਖਿਓ, ਮਾਇਆ ਪੱਤ ਦੀ ਜਿਹੜੀ ਪਹੁੰਚ ਹੈ, ਅਜ਼ਮਤ ਹੈ, ਪੈਸਾ ਇੱਥੇ ਹੀ ਰਹਿ ਜਾਂਦਾ ਹੈ। ਤੇ ਜਿਨ੍ਹਾਂ ਨਾਨਕ ਨਿਰੰਕਾਰੀ ਦਾ ਨਾਮ ਇਕੱਠਾ ਕੀਤਾ,
ਇਸ ਲੋਕ ਦੇ ਨਾਲ ਨਾਲ ਪਰਲੋਕ ਤਾਈਂ ਉਹਨਾਂ ਦੀ ਪਹੁੰਚ ਬਣ ਜਾਂਦੀ ਹੈ। ਪਰ ਨਾਮ ਉਹੀ ਜਪ ਸਕਦਾ ਹੈ ਜਿਹਨੂੰ ਰਸ ਆਉਂਦਾ ਹੈ। ਟਰੱਕ ਉਹੀ ਸਾਰੀ ਰਾਤ ਜਾ ਕੇ ਚਲਾ ਸਕਦਾ ਜਿਹਨੂੰ ਪੈਸੇ 'ਚੋਂ ਰਸ ਹੈ। ਇੱਦਾਂ ਹੀ ਮਹਾਂਪੁਰਸ਼ ਜਾਗ ਲੈਂਦੇ ਨੇ। ਇਹ ਕੋਈ ਨਵੀਂ ਗੱਲ ਨਹੀਂ। ਕਬੀਰ ਜੀ ਕਹਿੰਦੇ ਮੈਂ ਆਪ ਜਾਗਦਾ ਰਿਹਾ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ। ਇਹਦਾ ਮਤਲਬ ਦਿਨ ਦੇ ਨਾਲ ਨਾਲ ਰਾਤ ਵੀ ਕੂਕਦੇ ਰਹੇ ਨੇ। ਇਹ ਭਗਤਾਂ ਦੇ ਜੀਵਨ ਨੇ, ਇਹ ਮਹਾਂਪੁਰਸ਼ਾਂ ਦੇ ਜੀਵਨ ਨੇ, ਇਹ ਸਤਪੁਰਸ਼ਾਂ ਦੇ ਜੀਵਨ ਨੇ ਜਿਨ੍ਹਾਂ ਨੇ ਦਿਨ ਰਾਤ ਅਕਾਲ ਪੁਰਖ ਦੇ ਗੀਤ ਗਾਏ। ਬਾਬਾ ਨੰਦ ਸਿੰਘ ਜੀ ਨੇ ਐਸੀ ਅਵਸਥਾ ਬਣਾ ਲਈ, ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ। ਸਦਾ ਹੀ ਅਰਾਧਦੇ ਰਹਿੰਦੇ, ਸਦਾ ਹੀ ਇਬਾਦਤ ਕਰਦੇ ਰਹਿੰਦੇ। ਇੱਕ ਸਾਖੀ ਬੜੀ ਪ੍ਰਚਲਿਤ ਤੁਸੀਂ ਸੁਣੀ ਹੈ, ਫਿਰੋਜ਼ਪੁਰ ਦੀ ਛਾਉਣੀ ਵਾਲੀ। ਜਿਹੜਾ ਕਹਿ ਦਿੰਦੇ ਨਾ ਲਓ ਜੀ ਇਹ ਨਾਨਕਸਰ ਵਾਲਿਆਂ ਵਾਧੂ ਦੀਆਂ ਕਹਾਣੀਆਂ ਬਣਾਈਆਂ ਵੀ ਗੁਰੂ ਨਾਨਕ ਸਾਹਿਬ ਨੇ ਸਾਹਮਣੇ ਬੈਠ ਕੇ ਦਰਸ਼ਨ ਦਿੱਤੇ। ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣਾ ਹੈ ਵੀ ਭਗਤਾਂ ਦੀ ਮੰਗ ਹੋਵੇ, ਸੰਤਾਂ ਦੀ ਇੱਛਾ ਹੋਵੇ, ਐ ਪਰਮ ਈਸ਼ਵਰ ਐ ਨਾਨਕ ਨਿਰੰਕਾਰੀ ਦਿਦਾਰੇ ਬਖਸ਼ਦੇ ਹੋ ਸਾਹਮਣੇ ਬਹਿ ਕੇ, ਕਿ ਨਹੀਂ? ਇਹ ਕਹਾਣੀਆਂ ਹੀ ਬਣਾਈਆਂ ਨੇ। ਛਾਉਣੀ ਬੈਠੇ ਨੇ ਫਿਰੋਜ਼ਪੁਰ, ਗੁਰਦੁਆਰਾ ਸਾਰਾਗੜ੍ਹੀ ਹੈ ਸ਼ਾਇਦ, ਉੱਥੇ ਮਹਾਂਪੁਰਸ਼ ਬੈਠੇ ਹੋਏ ਨੇ। ਗੁਰੂ ਨਾਨਕ ਦੀ ਯਾਦ ਵਿੱਚ ਚੌਂਕੜਾ ਲਾ ਛੱਡਦੇ ਨੇ। ਰਾਜਾ ਸਾਂਸੀ ਵਾਲੇ ਸੰਤ ਜਵੰਦ ਸਿੰਘ ਜੀ ਮਹਾਰਾਜ ਉਹ ਵੀ ਨਾਲ ਨੇ। ਮੈਂ ਕਈ ਵਾਰ ਇਹ ਕਹਿਣਾ ਹੁੰਦਾ ਵੀ ਦੇਖੋ ਸੁਭਾਅ ਰਲ ਜਾਂਦੇ ਨੇ। ਠੱਗਾਂ ਨੂੰ ਠੱਗ ਲੱਭ ਪੈਂਦੇ ਨੇ, ਯਾਰੀ ਪੈ ਜਾਂਦੀ ਹੈ। ਚੋਰਾਂ ਦੇ ਯਾਰ ਚੋਰ ਹੁੰਦੇ ਨੇ, ਜਵਾਰੀਆਂ ਦੇ ਯਾਰ ਜਵਾਰੀ, ਡਾਕੂਆਂ ਦੇ ਡਾਕੂ, ਤੇ ਲੀਡਰਾਂ ਦੇ ਲੀਡਰ, ਤੇ ਸਾਧਾਂ ਦੇ ਸਾਧ ਹੁੰਦੇ ਨੇ। ਯਾਰ ਲੱਭ ਪੈਂਦੇ ਨੇ, ਸੁਭਾਅ ਰਲ ਗਏ। ਇੱਛਾ ਗੁਰੂ ਨਾਨਕ ਦੇ ਦਿਦਾਰਿਆਂ ਦੀ ਹੈ। ਦੋਵੇਂ ਜਾਣੇ ਚੌਂਕੜਾ ਲਾ ਕੇ ਬੈਠੇ ਨੇ ਤੇ ਧਾਰ ਇਹ ਲਿਆ ਹੈ ਵੀ ਅੰਨ ਪਾਣੀ ਗ੍ਰਹਿਣ ਨਹੀਂ ਕਰਨਾ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦਿਦਾਰੇ ਨਹੀਂ ਬਖਸ਼ਦੇ। ਮੈਂ ਕਈ ਵਾਰ ਇਹ ਬਚਨ ਸੁਣ ਕੇ ਨਾ ਸੋਚਦਾ ਹੁੰਨਾ ਵੀ ਜਦੋਂ ਸ਼ਾਹ ਭੀਖ ਇਹ ਵਾਹਿਗੁਰੂ ਕਰਨਾਲ ਤੋਂ ਚੱਲ ਕੇ ਇੱਥੇ ਗਿਆ ਨਾ, ਪਟਨੇ ਦੀ ਪਾਕ ਧਰਤੀ ਤੇ, ਜਿਹਨੂੰ ਭੀਖਮ ਸ਼ਾਹ ਕਹਿੰਦੇ ਹੋ, ਉਹ ਸੈਯਦ ਕੁੱਲ ਦਾ ਮਹਾਂਪੁਰਸ਼ ਮਾਮਾ ਕਿਰਪਾਲ ਚੰਦ ਨੂੰ ਕਹਿੰਦਾ ਦਰਸ਼ਨ ਕਰਵਾਓ ਗੋਬਿੰਦ ਰਾਏ ਜੀ ਦੇ, ਗੁਰਾਂ ਦੇ। ਦੁਨੀਆ ਦੇ ਉੱਤੇ ਪਰਮਾਤਮਾ ਖੁਦ ਖੁਦਾ ਪ੍ਰਗਟ ਹੋਇਆ ਹੈ, ਜਿਹਨੂੰ ਬਾਣੀ ਕੀ ਕਹਿੰਦੀ ਹੈ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਖੁਦ ਖੁਦਾ ਗੁਰੂ ਨਾਨਕ ਦਾ 10ਵਾਂ ਜਾਮਾ ਪ੍ਰਗਟ ਹੋਇਆ। ਉਹ ਕਹਿੰਦੇ ਨਹੀਂ, ਛੋਟੇ ਨੇ ਹਜੇ, ਪੋਹ ਦਾ ਮਹੀਨਾ ਹੈ, ਠੰਡ ਬੜੀ ਹੈ, ਕੂਲਾ ਜਿਹਾ ਸਰੀਰ ਹੈ, ਹਜੇ ਸੰਗਤ ਨੂੰ ਦਰਸ਼ਨ ਨਹੀਂ ਕਰਾਉਣੇ। ਸ਼ਾਹ ਜੀ, ਸਾਈਂ ਜੀ, ਤੁਸੀਂ ਮਾਲ ਅਸਬਾਬ ਜਿੰਨਾ ਚਾਹੀਦਾ ਹੈ, ਭੇਟਾ ਜਿੰਨੀ ਚਾਹੀਦੀ ਹੈ, ਪੈਸਾ ਜਿੰਨਾ ਚਾਹੀਦਾ ਹੈ, ਲਿਬਾਸ ਜੈਸਾ ਵੀ ਚਾਹੀਦਾ ਹੈ, ਰਸਤ ਜਿੰਨੀ ਵੀ ਚਾਹੀਦੀ ਹੈ, ਹੁਕਮ ਕਰ ਦਿਓ, ਮਿਲ ਜਾਵੇਗੀ। ਲੰਗਰ ਖੋਲ੍ਹੇ ਨੇ, ਆਨੰਦ ਲਓ, ਦਰਸ਼ਨ ਅਜੇ ਨਹੀਂ ਆਉਣੇ। ਤੇ ਸ਼ਾਹ ਭੀਖ ਨੇ ਇੱਕ ਬਚਨ ਕੀਤਾ ਸੀ ਵੀ ਤੁਸੀਂ ਆਪਣੀ ਜਿੱਦ ਤੇ ਪੱਕੇ ਹੋ ਵੀ ਦਰਸ਼ਨ ਨਹੀਂ ਕਰਵਾਉਣੇ, ਤੇ ਮੇਰੀ ਬਾਤ ਸੁਣ ਲਿਓ, ਮੈਂ ਦਰਸ਼ਨ ਕਰਕੇ ਜਾਣੇ ਨੇ। ਤੇ ਜਿੰਨੇ ਦਿਨ ਇਸ ਦਰ ਤੇ ਗੁਰੂ ਦਰਬਾਰ ਦੇ ਬਾਹਰ ਬੈਠਾ ਰਵਾਂਗਾ, ਇੱਕ ਗੱਲ ਦਾ ਖਿਆਲ ਰੱਖਿਓ, ਅੰਨ ਪਾਣੀ ਗ੍ਰਹਿਣ ਨਹੀਂ ਕਰਾਂਗਾ। ਜਿਸ ਦਿਨ ਗੋਬਿੰਦ ਰਾਏ ਜੀ ਦੇ ਦਿਦਾਰੇ ਹੋ ਗਏ, ਉਸ ਦਿਨ ਹੀ ਅੰਨ ਪਾਣੀ ਪ੍ਰਵਾਨ ਕਰਾਂਗਾ। ਤੇ ਮੈਂ ਤੁਹਾਨੂੰ ਇਹ ਵੀ ਕਹਿ ਦੇਵਾਂ, ਤੁਸੀਂ ਜਿੱਦ ਦੇ ਪੱਕੇ ਰਹੋ, ਮੇਰਾ ਗੋਬਿੰਦ ਰਾਏ ਆਪ ਤੁਹਾਡੇ ਮਨ ਬਦਲੇਗਾ, ਤੁਸੀਂ ਆਪ ਹੀ ਦਰਸ਼ਨ ਕਰਵਾਉਣੇ ਨੇ ਮੈਨੂੰ। ਇਤਿਹਾਸ ਗਵਾਹ ਹੈ, ਉਹ ਭੁੱਖਾ ਧਿਆਇਆ ਸੈਯਦ ਮਹਾਂਪੁਰਸ਼ ਬੈਠਾ ਰਿਹਾ ਹੈ ਪਟਨੇ ਦੀ ਪਾਕ ਧਰਤੀ ਤੇ। ਅਖੀਰ ਮਾਮਾ ਕਿਰਪਾਲ ਚੰਦ ਨੇ ਗੋਬਿੰਦ ਰਾਏ ਜੀ ਦੇ ਲਿਆ ਕੇ ਦਰਸ਼ਨ ਕਰਵਾਏ ਸੀ, ਤੇ ਉਸ ਮਹਾਂਪੁਰਸ਼ ਨੇ ਅੰਨ ਪਾਣੀ ਗ੍ਰਹਿਣ ਕੀਤਾ ਸੀ। ਇਹਨੂੰ ਕੀ ਕਹਿੰਦੇ ਨੇ? ਇਹਨੂੰ ਕਹਿੰਦੇ ਨੇ ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ। ਸਾਧ ਗਲੂਏ ਤੋਂ ਨਾਮ ਹੀ ਬੋਲਣ, ਇੱਕ ਫੁਰਨਾ ਲੈ ਆਉਣ ਤੇ ਪਰਮੇਸ਼ਵਰ ਉਹਨਾਂ ਦੀ ਮੰਨਦਾ ਹੈ। ਬਾਬਾ ਨੰਦ ਸਿੰਘ, ਬਾਬਾ ਜਵੰਦ ਸਿੰਘ ਬੈਠੇ ਨੇ, ਦਿਦਾਰੇ ਹੋ ਜਾਣ ਤੇ ਅੰਨ ਪਾਣੀ ਛਕ ਲਵਾਂਗੇ, ਨਹੀਂ ਤੇ ਠੀਕ ਹੈ, ਨਹੀਂ ਤੇ ਆਇਆ ਗੁਰੂ ਨਾਨਕ
ਇਹ ਸਰੀਰ ਜਾਂਦਾ ਹੈ ਤੇ ਜਾਵੇ, ਤੇਰੇ ਨਿਰਗੁਣ ਸਰੂਪ ਦੇ ਹੀ ਦਿਦਾਰੇ ਕਰਾਂਗੇ ਸੱਚਖੰਡ। ਇਹ ਤੇ ਫਿਰ ਸਰੀਰ ਹੁਣ ਤਾਂ ਹੀ ਰਵੇਗਾ ਜੇ ਅੰਨ ਪਾਣੀ ਮਿਲੇਗਾ, ਤੇ ਅੰਨ ਪਾਣੀ ਤਾਂ ਛਕਣਾ ਹੈ ਜੇ ਤੇਰੇ ਦਰਸ਼ਨ ਹੋਣਗੇ। ਤੇ ਇਹ ਧਾਰ ਲਿਆ ਉਹਨਾਂ ਨੇ। ਉਹ ਕਹਿੰਦੇ 3-4 ਦਿਨ ਇਦਾਂ ਹੀ ਲੰਘ ਗਏ। ਅਖੀਰ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਨੇ। ਉਹਦੇ ਬੜੇ ਰੂਪ ਨੇ, ਧਿਆਨ ਦਿਓ ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਹਰ ਦੇਸ਼ ਵਿੱਚ ਹਰ ਭੇਸ ਵਿੱਚ ਮੌਜੂਦ ਹੈ। ਉਹ ਸ਼ਬਦ ਦਾ ਅਵਤਾਰ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਉਹ ਨਿਰਗੁਣ ਵੀ ਹੈ। ਤੂੰ ਸਤਿਗੁਰ ਚੌਹੋਂ ਜੁਗੀ ਆਪ ਆਪੇ ਪਰਮੇਸ਼ਰ। ਉਹ ਸਰਗੁਣ ਵੀ ਹੈ। ਨਿਰਗੁਣ ਆਪ, ਸਰਗੁਣ ਭੀ ਉਹੀ। ਉਹ 10 ਸਰੂਪਾਂ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਤੱਕ ਦੁਨੀਆ ਤੇ ਪ੍ਰਗਟ ਹੋਏ ਨੇ। ਹੁਣ ਬਾਬਾ ਆਨੰਦ ਸਿੰਘ ਹੁਣਾਂ ਦੀ ਇੱਛਾ ਹੈ ਵੀ ਸ਼ਬਦਾ ਅਵਤਾਰ ਦੇ ਦਰਸ਼ਨ ਅਸੀਂ ਕਰਦੇ ਹਾਂ। ਨਿਰਗੁਣ ਜੋਤ ਅਗੋਚਰ ਹਸਤੀ ਹੈ, ਅੱਖਾਂ ਦਾ ਵਿਸ਼ਾ ਨਹੀਂ। ਪਰ ਇਹ ਗੁਰੂ ਨਾਨਕ ਜਿਹੜਾ ਸਰਗੁਣ ਚੋਲਾ ਹੈ ਨਾ ਤੇਰਾ, ਜੋ ਕਈ ਸੌ ਵਰ੍ਹਾ ਪਹਿਲਾਂ ਦੁਨੀਆ ਤੋਂ ਜਾ ਚੁੱਕਿਆ ਹੈ, ਮੈਂ ਉਹਦੇ ਦਰਸ਼ਨ ਕਰਨੇ ਨੇ, ਮੈਂ ਉਹਦੇ ਦਿਦਾਰੇ ਚਾਹੁੰਦਾ ਹਾਂ। ਤੁਸੀਂ ਖਿਆਲ ਰੱਖਿਓ, ਜਿਹੜੀ ਬੱਚੇ ਦੀ ਜਿੱਦ ਹੁੰਦੀ ਹੈ ਨਾ, ਮਾਪੇ ਉਹਨੂੰ ਕਬੂਲ ਕਰ ਲੈਂਦੇ ਨੇ, ਅੱਜ ਕਰਨ ਜਾਂ ਕੱਲ ਕਰਨ। ਉਹ ਨਿਆਣਾ ਨਹੀਂ ਮੇਲੇ 'ਚ ਜਿੱਦ ਕਰਦਾ ਵੀ ਪਾਪਾ ਆਹ ਬਾਜੀ ਲੈਣੀ ਹੈ, ਆਹ ਖਿਡੌਣਾ ਲੈਣਾ ਹੈ। ਉਹ ਪਿਤਾ ਟੋਕਦਾ ਰਹਿੰਦਾ, ਜਦੋਂ ਪੱਲਾ ਨਾ ਕਾਕਾ ਛੱਡੇ ਤੇ ਲੈ ਕਹਿੰਦਾ ਲੈ ਲਾ ਭਾਈ ਤੂੰ। ਇਹ ਵਿਸ਼ਾ ਹੈ ਅਕਾਲ ਪੁਰਖ ਦੀ ਪ੍ਰਾਪਤੀ ਦਾ, ਪ੍ਰੇਮ ਕਰਨ ਦਾ, ਇਬਾਦਤ ਕਰਨ ਦਾ, ਜਿੱਦ ਕਰਨ ਦਾ। ਔਰ ਯਾਦ ਰੱਖਿਓ, ਜਿਹੜਾ ਕੂਕਦਾ ਰਹਿੰਦਾ ਹੈ, ਆਵਾਜ਼ ਦਿੰਦਾ ਰਹਿੰਦਾ ਹੈ, ਉਹਨੂੰ ਬਾਪੂ ਦਰਸ਼ਨ ਜ਼ਰੂਰ ਦਿੰਦਾ ਹੈ। ਮਾਵਾਂ ਬੈਠੀਆਂ ਨੇ, ਜੇ ਕਾਕਾ ਰੋਵੇ ਨਾ ਤੇ ਮਾਂ ਦੁੱਧ ਹੀ ਨਹੀਂ ਦਿੰਦੀ। ਉਹਦਾ ਕਾਰਨ ਕੀ ਹੈ? ਉਹ ਸਮਝਦੀ ਹੈ ਇਹਨੂੰ ਭੁੱਖ ਨਹੀਂ ਲੱਗੀ ਅਜੇ। ਇਹਦੇ ਰੋਣਾ ਹੀ ਪੈਂਦਾ ਹੈ ਜੇ ਗੁਰੂ ਨਾਨਕ ਦੇ ਦਿਦਾਰੇ ਕਰਨੇ ਨੇ, ਤੇ ਕੂਕਣਾ ਹੀ ਪੈਂਦਾ ਹੈ ਕਬੀਰ ਜੀ ਦੇ ਕਹਿਣ ਅਨੁਸਾਰ ਜੇ ਬਾਪੂ ਦੇ ਦਰਸ਼ਨ ਕਰਨੇ ਨੇ। ਤੇ ਉਹ ਭੁੱਖੇ ਭਾਣੇ ਬੈਠੇ ਰਹੇ। ਤੇ ਭਗਤਾਂ ਨੇ ਇੱਕ ਗੱਲ ਕਹੀ ਹੈ, ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਕਹੀ ਹੈ। ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਮਹਾਪੁਰਸ਼ ਜੋ ਗਲੂਏ ਚੋਂ ਬੋਲਣ ਉਹ ਬਚਨ ਹੋਣੇ ਹੀ ਹੋਣੇ ਨੇ। ਦੇ ਸ਼ੈਲ ਕਮ ਟੂ ਪਾਸ। ਇੰਗਲਿਸ਼ ਦੇ ਟੀਕਾਕਾਰਾਂ ਇੱਕ ਗੱਲ ਕਹੀ, ਜੋ ਗਲੂਏ ਚੋਂ ਨਿਕਲ ਗਿਆ ਉਹ ਪ੍ਰਵਾਨ ਹੋਵੇਗਾ, ਉਹ ਕਬੂਲਿਆ ਜਾਵੇਗਾ, ਉਹ ਪਰਮਾਤਮਾ ਆਪ ਪਾਰ ਲਾਵੇਗਾ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ। ਔਰ ਇਹ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ, ਇਹ ਕੋਈ ਗੁੱਝੀ ਕੋਈ ਗੁਪਤ ਬਾਤ ਨਹੀਂ ਹੈ। ਕਹਿੰਦੇ ਇਹ ਲੋਕਾਈ ਚੰਗੀ ਤਰ੍ਹਾਂ ਜਾਣਦੀ ਹੈ ਵੀ ਭਗਤ ਸੰਤ ਜੋ ਬੋਲਦੇ ਨੇ ਉਹ ਵਾਕ ਹੁੰਦੇ ਨੇ। ਵੇਖੋ ਅਕਾਲ ਪੁਰਖ ਕਈ ਵਾਰ ਨਾ ਸਾਡੀ ਕਰਮਗਤ ਵੇਖ ਕੇ ਸਾਨੂੰ ਸਜ਼ਾ ਦਿੰਦਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹੁਣ ਖੇਤੀ ਤੇਰੀ, ਜ਼ਮੀਨ ਤੇਰੀ, ਬੀਜ ਤੂੰ ਪਾਇਆ, ਗਵਾਂਢੀ ਨਹੀਂ ਵੱਢ ਸਕਦੇ। ਜਿਹਦੀ ਕਰਤੂਤ ਹੈ ਭੋਗਣੀ ਉਹਨੂੰ ਹੀ ਪੈਂਦੀ ਹੈ। ਪਰ ਉਹ ਜਿਹੜੀ ਕਰਨੀ ਹੈ ਨਾ, ਜੋ ਕਰਮਗਤ ਹੈ, ਜੋ ਬੀਜ ਚੁੱਕੇ ਆ, ਜੇ ਉਸ ਕਰਨੀ ਦਾ ਦੁੱਖ ਹੋਵੇ ਨਾ ਸੂਲੀ ਜਿੱਡਾ, ਤੇ ਸੰਤ ਦੀ ਪੈ ਜਾਵੇ ਸਿਫਾਰਿਸ਼ ਤੇ ਕੰਡਾ ਰਹਿ ਜਾਂਦਾ ਹੈ, ਕੇਵਲ ਕੰਡਾ। ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ, ਦਿੱਲੀ ਨੂੰ ਜਾਣਾ ਹੋਵੇ ਨਾ, ਸਫ਼ਰ ਕਰਨਾ ਹੋਵੇ, ਤੇ ਜੇ ਤੇ ਜਾਗਦੇ ਰਹੋ ਤੇ ਪੈਂਡਾ ਮੁੱਕਣ ਤੇ ਹੀ ਨਹੀਂ ਆਉਣਾ, ਪੈਂਡਾ ਕਰਨਾ ਹੀ ਕਰਨਾ ਹੈ। ਤੇ ਜੇ ਰੱਬ ਐਸਾ ਸਮਾਂ ਲੈ ਆਵੇ ਵੀ ਆਪਣੀ ਦੇਵਨੇਤ ਨਾ ਲੱਗ ਜਾਵੇ ਅੱਖ, ਤੇ ਜਦੋਂ ਅੱਖ ਖੁੱਲਦੀ ਹੈ ਡਰਾਈਵਰ ਨੂੰ ਪੁੱਛੀਦਾ ਕਿੱਥੇ ਆ ਗਏ, ਉਹ ਕਹਿੰਦਾ ਦਿੱਲੀ, ਤੇ ਸੋਚੀਦਾ ਯਾਰ ਏਡੀ ਜਲਦੀ ਪੈਂਡਾ ਤੈਅ ਹੋ ਗਿਆ ਹੈ। ਇਉਂ ਸਮਝ ਲਓ ਪਰਮਾਤਮਾ ਰੰਚਕ ਮਾਤਰ ਸਮੇਂ ਦੇ ਵਿੱਚ ਹੀ ਦੁੱਖ ਭੁਗਤਾ ਦਿੰਦਾ ਹੈ, ਜਿਹੜਾ ਸਦੀਆਂ ਬੱਧੀ ਚੱਲਣਾ ਸੀ, ਕਈ ਜਨਮਾਂ ਵਿੱਚ ਚੱਲਣਾ ਸੀ, ਜੇ ਸਾਧ ਦੀ ਸਿਫਾਰਿਸ਼ ਹੋ ਜਾਵੇ। ਤੇ ਇਹਨੂੰ ਕੀ ਕਿਹਾ ਹੈ ਬਾਣੀ ਨੇ? ਕਹਿੰਦੇ ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਅਕਾਲ ਪੁਰਖ ਨੇ ਕਰਮਗਤ ਨਾਲ ਸਾਨੂੰ ਬੰਨ੍ਹ ਦਿੱਤਾ, ਭਗਤਾਂ ਨੇ ਕੀਤੀ ਬੇਨਤੀ, ਪਰਮਾਤਮਾ ਨੇ ਸਾਨੂੰ ਛੱਡ ਦਿੱਤਾ। ਪਰ ਜੇ ਭਗਤ ਬੰਨ੍ਹ ਲੈਣ ਤੇ ਪਰਮਾਤਮਾ ਫਿਰ ਨਹੀਂ ਛੱਡਦਾ। ਉਹ ਕਹਿੰਦਾ ਮੇਰੇ ਲਖਤੇ ਜਿਗਰ ਦਾ ਵਿਗਾੜਨ ਪਿਆ ਸੀ। ਜਿਵੇਂ ਮਾਪੇ ਬੱਚਿਆਂ ਨਾਲ ਤੇ ਬਹੁਤਾ ਕਰਦੇ ਨੇ ਨਾ,
ਆਪਣਾ ਪੱਖ ਛੱਡ ਵੀ ਦੇਣਗੇ, ਬੱਚਿਆਂ ਦੀ ਜ਼ਰੂਰ ਸੁਣਦੇ ਨੇ। ਮਾਂ ਦੀ ਮਮਤਾ, ਮਾਪਿਆਂ ਦੀ ਮਮਤਾ ਐਸੀ ਹੈ। ਇੱਦਾਂ ਸੰਤਾਂ ਨਾਲ ਉਹ ਪ੍ਰੇਮ ਕਰਦਾ ਹੈ। ਬਾਪੂ ਨੇ ਜਿੱਦ ਫੜ ਲਈ ਬਾਬਾ ਆਨੰਦ ਸਿੰਘ ਨੇ ਵੀ ਦਰਸ਼ਨ ਕਰਨੇ ਹੀ ਕਰਨੇ ਨੇ, ਨਾ ਦਿਓਗੇ ਤੇ ਸਰੀਰ ਜਾਂਦਾ ਰਹੇਗਾ, ਅੰਨ ਪਾਣੀ ਦਾ ਕੋਈ ਟੁਕੜਾ ਨਹੀਂ ਲੰਘਾਉਣਾ। ਐਸੀ ਸੋਚ ਪ੍ਰਗਟ ਹੋਏ ਮਹਾਂਪੁਰਸ਼, ਕੁੱਲ ਕਾਇਨਾਤ ਦੇ ਮਾਲਕ, ਜਿਹਦੇ ਬਾਰੇ ਬਾਬੂ ਨੰਦ ਲਾਲ ਨੇ ਇੱਕ ਬਚਨ ਕਿਹਾ ਹੈ ਗਲੂਏ ਮੁਬਾਰਕ ਤੋਂ, ਸੁਲਤਾਨ ਉਲ ਅਵਲ ਵੱਲ ਆਖਿਰ, ਕੁੱਲ ਕਾਇਨਾਤ ਦਾ ਸੁਲਤਾਨ ਹੈ ਗੁਰੂ ਨਾਨਕ ਗੁਰੂ ਗੋਬਿੰਦ। ਔਰ ਸੁਲਤਾਨ ਵੀ ਅੱਜ ਕੱਲ੍ਹ ਦੇ ਰਾਜਿਆਂ ਵਰਗਾ ਨਹੀਂ ਵੀ 5 ਸਾਲਾਂ ਲਈ ਕੁਰਸੀ ਮਿਲੀ ਤੇ 5 ਸਾਲੀ ਲੋਕਾਂ ਹਰਾਤਾ ਤੇ ਕੁਰਸੀ ਹੋ ਗਈ ਮੂਧੀ, ਇੱਦਾਂ ਦਾ ਨਹੀਂ। ਜੋ ਖੁਦ ਖੁਦਾ ਸੁਲਤਾਨ ਉਲ ਅਵਲ ਵੱਲ ਆਖਿਰ, ਅਵਲ ਜੋ ਸਭ ਤੋਂ ਪਹਿਲਾਂ ਹੈ, ਅਸੀਂ ਰਹੀਏ ਜਾਂ ਨਾ ਰਹੀਏ, ਜੋ ਅਖੀਰ ਤੱਕ ਰਹਿਣ ਵਾਲਾ ਹੈ ਉਹ ਗੁਰੂ ਨਾਨਕ ਹੈ। ਉਹਨੂੰ ਕਹਿੰਦੇ ਨੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ। ਉਹ ਅਕਾਲ ਪੁਰਖ ਗੁਰੂ ਨਾਨਕ ਗੁਰੂ ਗੋਬਿੰਦ ਬਣ ਕੇ ਪ੍ਰਗਟ ਹੋਇਆ। ਅੱਜ ਬਾਬਾ ਆਨੰਦ ਸਿੰਘ ਸਾਹਮਣੇ ਪ੍ਰਗਟ ਹੋ ਗਏ। ਜਦੋਂ ਹੋ ਗਏ ਨਾ ਪ੍ਰਗਟ, ਤੇ ਬਾਬਾ ਜਵੰਦ ਸਿੰਘ ਜੀ ਬੈਠੇ ਨੇ। ਮਹਾਰਾਜ ਨੇ ਪੁੱਛਿਆ ਜੀ ਕੀ ਚਾਹੁੰਦੇ ਹੋ? ਤੁਰਠ ਕੇ ਪੁੱਛਿਆ, ਤੁਰਠ ਕੇ। ਕਹਿੰਦੇ ਮਹਾਰਾਜ ਕਲਯੁਗ ਮਹਿ ਕੀਰਤਨ ਪ੍ਰਧਾਨਾ, ਪ੍ਰਧਾਨਤਾ ਕਲਯੁਗ ਅੰਦਰ ਕੀਰਤਨ ਦੀ ਹੈ। ਤੁਹਾਡੀ ਕਿਰਪਾ ਰਵੇ, ਤੁਹਾਡੀ ਕੀਰਤੀ ਗਾਉਂਦੇ ਰਹੀਏ, ਤੁਹਾਡੇ ਗੀਤ ਗਾਉਂਦੇ ਰਹੀਏ। ਆਪ ਤੁਹਾਡੇ ਚਰਨਾਂ ਨਾਲ ਜੁੜੇ ਹਾਂ, ਤੁਹਾਡੀ ਕੀਰਤੀ ਗਾ ਕੇ ਹੋਰਾਂ ਨੂੰ ਵੀ ਜੋੜੀਏ। ਇਹ ਦਾਤ ਝੋਲੀ ਪਾ ਦਿਓ। ਮਹਾਰਾਜ ਕਹਿੰਦੇ ਠੀਕ ਹੈ। ਰਿਖੀ ਜੀ ਮਹਾਰਾਜ ਨੂੰ ਪੁੱਛਿਆ ਬਾਬਾ ਆਨੰਦ ਸਿੰਘ ਜੀ ਤੁਸੀਂ ਕੀ ਚਾਹੁੰਦੇ ਹੋ? ਦੇਖੋ ਇਹ ਮਹਾਂਪੁਰਸ਼ਾਂ ਦੇ ਆਪੋ ਆਪਣੇ ਭੇਤ ਨੇ, ਆਪੋ ਆਪਣੇ ਤਰੀਕੇ ਨੇ, ਆਪੋ ਆਪਣੇ ਸੁਭਾਅ ਨੇ। ਸੰਤ ਸਮੂਹ ਅਨੇਕ ਮਤੀ ਕੇ, ਮਤਾਂ ਮਤਾਂਤਰਾਂ ਵਿੱਚ ਸਿਧਾਂਤ ਵੱਖੋ ਵੱਖ ਹੁੰਦੇ ਨੇ, ਉਹਨਾਂ ਨੂੰ ਫੋਲੋ ਕਰਨ ਵਾਲੇ ਵੱਖੋ ਵੱਖ ਹੁੰਦੇ ਨੇ। ਕੋਈ ਗੁਪਤ ਸੰਤ ਹੈ, ਕੋਈ ਪ੍ਰਗਟ ਸੰਤ ਹੈ, ਇਹ ਆਪੋ ਆਪਣੇ ਸੁਭਾਅ ਨੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਗੁਰੂ ਨਾਨਕ ਦੇਵ ਤੁਹਾਡੇ ਦਰਸ਼ਨ ਹੋ ਗਏ, ਸਭ ਕੁਝ ਮਿਲ ਗਿਆ। ਜਿੱਥੇ ਰਾਜਾ ਆ ਜਾਵੇ ਨਾ ਉੱਥੇ ਖਜ਼ਾਨੇ ਨਾਲ ਹੀ ਆ ਜਾਂਦੇ ਨੇ। ਤੁਹਾਡੇ ਦਰਸ਼ਨਾਂ ਦੀ ਇੱਛਾ ਸੀ, ਇੱਛਾ ਹੋ ਪੂਰੀ ਹੋ ਗਈ ਹੈ। ਮਹਾਰਾਜ ਕਹਿੰਦੇ ਨਹੀਂ ਫਿਰ ਵੀ ਮੰਗੋ। ਬਾਬਾ ਆਨੰਦ ਸਿੰਘ ਵੈਰਾਗ ਦੇ ਮੋਤੀ ਅੱਖਾਂ ਵਿੱਚ ਲਿਆ ਕੇ ਕਹਿੰਦੇ ਜੇ ਬਾਪੂ ਇੰਨਾ ਖੁਸ਼ ਹੋਇਆ ਹੈ ਨਾ, ਜੇ ਇੰਨਾ ਮੇਰੇ ਤੇ ਰੀਝਿਆ ਹੈ, ਮਿਹਰਬਾਨ ਹੋਇਆ ਹੈ, ਤੇ ਮੈਨੂੰ ਸਦਾ ਦੇ ਲਈ ਆਪਣਾ ਹੀ ਬਣਾ ਲੈ। ਇਹ ਕਿਉਂ ਮੰਗਿਆ ਹੈ? ਇੱਥੇ ਤਿਲਕਣਬਾਜੀ ਬੜੀ ਹੈ। ਅੱਜ ਤੂੰ ਗਿਆਨੀ ਹੈ, ਪਤਾ ਨਹੀਂ ਕਦੋਂ ਵਿਕਾਰ ਵਿੱਚ ਤਿਲਕ ਕੇ ਅਗਿਆਨੀ ਹੋ ਜਾਵੇਂ। ਰਾਵਣ ਚਤੁਰਬਗਤਾ ਸੀ, ਬੜਾ ਵੱਡਾ ਗਿਆਨੀ ਸੀ ਰਾਵਣ। ਜਿੱਦਣ ਮੋਇਆ ਹੈ ਨਾ, ਰਾਮਚੰਦਰ ਜੀ ਮਹਾਰਾਜ ਨੇ ਇੱਕ ਬਚਨ ਕਿਹਾ ਸੀ ਲਕਸ਼ਮਣ ਨੂੰ, ਕਹਿੰਦੇ ਚਤੁਰਬਗਤਾ ਹੈ, ਏਡਾ ਮਹਾਨ ਵਿਦਵਾਨ, 4 ਵੇਦਾਂ ਦਾ ਕੋਈ ਟੀਕਾਕਾਰ ਨਹੀਂ ਹੋਇਆ ਜਿੱਡਾ ਰਾਵਣ ਹੈ। ਜੇ ਤੂੰ ਰਾਜਸੀ ਪੱਖ ਤੋਂ ਵੇਖੇ, ਇਹ ਨਿਪੁੰਨ ਹੈ ਹਰ ਨੀਤੀ ਦੇ ਵਿੱਚ। ਜਾਂ ਇਹਦੇ ਕੋਲੋਂ ਮਰਦੇ ਕੋਲੋਂ ਕੋਈ ਉਪਦੇਸ਼ ਲੈ ਲਾ, ਕੋਈ ਜਾਚ ਸਿੱਖ ਲੈ। ਇੱਦਾਂ ਕਿਉਂ ਕਿਹਾ ਰਾਮਚੰਦਰ ਜੀ ਨੇ? ਰਾਵਣ ਵਿੱਚ ਗਿਆਨ ਦੀ ਬੜੀ ਅਗੰਮੀ ਬਰਕਤ ਸੀ, ਬੜੀ ਤਾਕਤ ਸੀ, ਪਰ ਏਡਾ ਗਿਆਨੀ ਹੋ ਕੇ ਵੀ ਵੇਖੋ ਕਾਮ ਵਿੱਚ ਤਿਲਕ ਗਿਆ। ਏਡੇ ਗਿਆਨੀ ਦੇ ਤਿਲਕਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਕਹਿਣਾ ਪੈ ਗਿਆ ਮੂਰਖ ਰਾਵਣ ਕਿਆ ਲੈ ਗਿਆ। ਭਾਈ ਜੋਗਾ ਸਿੰਘ ਵਾਂਗੂ ਅਸੀਂ ਤਿਲਕਣ ਪੈਂਦੇ ਆ। ਤਰਲਾ ਲਿਆ ਕਰੋ ਗੁਰੂ ਨਾਨਕ ਗੁਰੂ ਗੋਬਿੰਦ, ਰੱਖਿਆ ਕਰੋ ਆਪਣੇ, ਸਦਾ ਲਈ ਬਣਾ ਲਵੋ। ਤਿਲਕਣਬਾਜ਼ੀ ਬੜੀ ਹੈ। ਅੱਜ ਸੰਤ ਹੈ, ਕੱਲ ਨੂੰ ਕੋਈ ਅਸੰਤ ਹੋ ਸਕਦਾ ਹੈ। ਨਿਰਮਾਣਤਾ ਵਿੱਚ ਬਾਬਾ ਆਨੰਦ ਸਿੰਘ ਜੀ ਕਹਿੰਦੇ ਤੁਰਠੇ ਉਤੇ ਆਪਣਾ ਬਣਾ ਲਓ। ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਆਏ ਬਾਬਾ ਆਨੰਦ ਸਿੰਘ ਜੀ ਆਪ ਜੁੜੇ ਹੋ, ਹੋਰਾਂ ਨੂੰ ਜੋੜਦੇ ਰਹੋ, ਇਹ ਸੇਵਾ ਕਰਦੇ ਰਹੋ, ਹੋਰਾਂ ਨੂੰ ਸਿੱਖੀ ਦੇ ਨਾਲ ਜੋੜਦੇ ਰਹੋਗੇ ਨਾ, ਹੋਰਾਂ ਤੇ ਇਹ ਅਹਿਸਾਨ ਕਰਦੇ ਰਹੋਗੇ। ਆਪ ਜਪੋ, ਹੋਰਾਂ ਨੂੰ ਜਪਾਓ, ਤੇ ਮੇਰੇ ਖਾਸਮ ਖਾਸ ਹੋ ਨਿਬੜੋਗੇ। ਤੁਸੀਂ ਅੱਜ ਵੀ ਧਿਆਨ ਦਿਓ, ਗੁਰੂ ਨਾਨਕ ਦੇ ਐਸੇ ਖਾਸਮ ਖਾਸ ਹੋ ਨਿਬੜੇ। ਜਿੱਥੋਂ ਤੱਕ ਸਿੱਖ ਜਗਤ ਹੈ, ਜਿੱਥੋਂ ਤੱਕ ਇਹ ਫੁਲਵਾੜੀ ਪ੍ਰਫੁੱਲਤ ਹੈ, ਉੱਥੋਂ ਤੱਕ ਬਾਬਾ ਆਨੰਦ ਸਿੰਘ ਦਾ ਨਾਮ ਪ੍ਰਫੁੱਲਤ ਹੈ।
ਔਰ ਜਿੱਥੇ ਜਿੱਥੇ ਵੀ ਗਏ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ। ਹਰ ਜਗ੍ਹਾ ਹੀ ਕੀਰਤੀ ਹੋਣੀ, ਧਰਮਸ਼ਾਲਾ ਬਣ ਜਾਣੀਆਂ। ਫਿਰ ਜਿਨ੍ਹਾਂ ਨੇ ਜਪਿਆ ਤੇ ਜਪਾਇਆ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ। ਨਾਮ ਜਪਾਵੇ ਤੇ ਸਿਮਰਨ ਦੀ ਹੀ ਪ੍ਰਸਿੱਧੀ ਸੀ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਜਿੰਨੀ ਮਰਜ਼ੀ ਨਿੰਦਾ ਕੋਈ ਕਰਦਾ ਹੈ ਕਰੀ ਜਾਵੇ, ਇਹ ਸਿਮਰਨ ਹੈ ਜਿਹਦੇ ਕਰਕੇ ਮਹਾਂਪੁਰਸ਼ ਪ੍ਰਗਟ ਹੁੰਦੇ ਨੇ। ਉਹਨਾਂ ਦੀ ਕੀਰਤੀ ਵੱਧਦੀ ਹੀ ਜਾਂਦੀ ਹੈ। ਦੇ ਆਰ ਫੇਮਸ, ਦੇ ਆਰ ਰੇਡੀਐਂਟ। ਉਹਨਾਂ ਦੀ ਚਮਕ ਬੜੀ ਹੈ। ਕਾਰਨ ਕੀ ਹੈ? ਗੁਰੂ ਨਾਨਕ ਦੀ ਸਿਮਰ ਜੋ ਸਿਮਰਨੀ ਹੈ ਨਾ, ਉਹ ਗੁਰੂ ਨਾਨਕ ਨੂੰ ਸਿਮਰਦੀ ਹੈ। ਇਹਨਾਂ ਮਹਾਂਪੁਰਸ਼ਾਂ ਦੀ ਜੋ ਮਾਲਾ ਹੈ ਗੁਰੂ ਨਾਨਕ ਦੇ ਨਾਮ ਦਾ ਗੇੜਾ ਦਿੰਦੀ ਹੈ। ਗਲੂਏ ਚੋਂ ਜਦੋਂ ਗੀਤ ਗਾਉਂਦੇ ਨੇ ਗੁਰੂ ਨਾਨਕ ਦੀ ਸਿਮਰਤੀ ਕਰਦੇ ਨੇ, ਉਹਦੀ ਕੀਰਤੀ ਗਾਉਂਦੇ ਨੇ। ਆਪ ਖੰਡੇ ਦੀ ਪੌਲ ਮਹਾਂਪੁਰਸ਼ਾਂ ਛਕੀ, ਬੇਅੰਤ ਪ੍ਰਾਣੀਆਂ ਨੂੰ ਪੌਲ ਛਕਾਈ। ਆ ਕਲੇਰ ਨਗਰ ਜਿਹੜਾ ਹੈ 1918 ਦੇ ਵਿੱਚ ਇੱਥੇ ਫਿਰ ਪਹੁੰਚੇ ਨੇ। ਆ ਜਿਹੜਾ ਨਾਨਕਸਰ ਠਾਠ ਹੈ ਉਹਨਾਂ ਮਹਾਂਪੁਰਸ਼ਾਂ ਦੇ ਪਾਕ ਚਰਨ ਪਏ। ਅੱਜ ਜਿਹੜੀ ਮਹਿਮਾ ਹੈ ਨਾ, ਮੈਂ ਫਿਰ ਪੜ੍ਹ ਦੇਵਾਂ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋ ਹੰਦਾ। ਜਿੱਥੇ ਮਹਾਂਪੁਰਸ਼ ਬੈਠਦੇ ਨੇ ਉਸ ਜਗ੍ਹਾ ਦੀ ਸ਼ੋਭਾ ਹੈ, ਤੇ ਅੱਜ ਤੁਸੀਂ ਵੇਖ ਵੀ ਰਹੇ ਹੋ। ਉਸ ਜਗ੍ਹਾ ਦੀ ਜੈ ਜੈਕਾਰ ਹੁੰਦੀ ਹੈ। ਵੇਅਰ ਹੋਲੀ ਪੀਪਲ ਡਵੈਲ। ਇਹ ਕਈ ਕਹਿ ਦਿੰਦੇ ਲੈ ਇਹ ਨਾ ਤੋੜ ਮਰੋੜ ਕੇ ਪੰਕਤੀਆਂ ਦੇ ਅਰਥ ਸਾਧਾਂ ਵੱਲ ਖੜਦੇ ਨੇ ਜਿਹੜੇ ਅੱਜ ਕੱਲ੍ਹ ਦੇ ਕਥਾਕਾਰ ਨੇ। ਚਲੋ ਮੈਂ ਤੁਹਾਡੇ ਨਾ ਪੜ੍ਹਿਆਂ ਲਿਖਿਆਂ ਦੇ ਅਰਥ ਸਾਂਝੇ ਕਰ ਦਿੰਦਾ ਵੀ ਜਿਹੜੇ ਪ੍ਰੋਫੈਸਰ ਨੇ ਜਿਨ੍ਹਾਂ ਇੰਗਲਿਸ਼ ਵਿੱਚ ਅਰਥ ਕੀਤੇ ਨੇ ਉਹ ਕੀ ਕਹਿੰਦੇ ਨੇ। ਉਹ ਮੰਨਦੇ ਨੇ ਵੀ ਜਿੱਥੇ ਸਾਧਾਂ ਦੇ ਚਰਨ ਪੈਣ ਉੱਥੇ ਬੱਲੇ ਬੱਲੇ ਹੋ ਜਾਂਦੀ ਹੈ। ਉਹ ਪ੍ਰੋਫੈਸਰ ਜਨ ਵਿਦਵਾਨ ਜਨ ਕਹਿੰਦੇ ਨੇ ਬਿਊਟੀਫੁਲ ਇਜ਼ ਦੈਟ ਪਲੇਸ ਵੇਅਰ ਦਾ ਹੋਲੀ ਪੀਪਲ ਡਵੈਲ। ਉਸ ਜਗ੍ਹਾ ਦੀ ਮਹਿਮਾ ਬੜੀ ਹੈ। ਉਹ ਬੜੀ ਸੁੰਦਰ ਜਗ੍ਹਾ ਬਣ ਜਾਂਦੀ ਹੈ ਜਿੱਥੇ ਮਹਾਂਪੁਰਸ਼ ਬੈਠ ਜਾਂਦੇ ਨੇ। ਧਨ ਸੋ ਥਾਨ। ਇਹ ਸਾਖਤਾਂ ਨੂੰ ਬੜੀਆਂ ਚੁੱਭਦੀਆਂ ਨੇ ਪੰਕਤੀਆਂ। ਜ਼ੋਰ ਪਵੇ ਤੇ ਕੱਢ ਵੀ ਦੇਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ। ਇਹਦੇ ਪੰਥ ਤੋਂ ਡਰਦੇ ਨੇ, ਨਹੀਂ ਤੇ ਇਹ ਤੇ ਮਹਾਰਾਜ ਦੇ ਅੰਗ ਖੋਲਣ ਨੂੰ ਬੈਠੇ ਨੇ। ਪਰ ਬਾਪੂ ਬੜੀ ਚੋਟ ਕਰਦਾ ਹੈ ਸਾਖਤਾਂ ਤੇ। ਗੁਰੂ ਗ੍ਰੰਥ ਸਾਹਿਬ ਇਹਦੋਂ ਅੱਗੇ ਵੱਧ ਗਏ, ਕਹਿੰਦੇ ਧਨ ਸੋ ਥਾਨ। ਧਨ ਓਏ ਭਵਨਾ ਜਾਮੈ ਸੰਤ ਬਸਾਰੇ। ਉਹ ਜਗ੍ਹਾ ਧਨ, ਉਹ ਮਹਿਲ ਧਨ, ਉਹ ਥਾਨ ਧਨ ਜਿੱਥੇ ਮਹਾਂਪੁਰਸ਼ਾਂ ਨੇ ਚਰਨ ਪਾਏ ਨੇ। ਉਹਨੇ ਜਿਹੜਾ ਜਿਹੜਾ ਵੀ ਸੰਤ ਦੇ ਇਰਦ ਗਿਰਦ ਜੁੜ ਗਿਆ, ਜਿੱਥੇ ਜਿੱਥੇ ਵੀ ਸੰਤ ਬੈਠ ਗਿਆ, ਜਿਹਨੂੰ ਜਿਹਨੂੰ ਵੀ ਸਪਰਸ਼ ਹਾਸਲ ਹੋ ਗਿਆ, ਸੰਗਤ ਹਾਸਲ ਹੋ ਗਈ, ਉਹਨੂੰ ਧਨ ਕਹਿ ਦਿੱਤਾ। ਮੁੱਕਦੀ ਗੱਲ ਹੈ ਸੰਤਨ ਕੀ ਮਹਿਮਾ ਕਮਨ ਵਖਾਨੋ। ਅਗਾਧ ਬੋਧ ਕਿਛ ਮਿਤ ਨਹੀਂ ਜਾਨੋ। ਸੰਤਾਂ ਦੀ ਮਹਿਮਾ ਅਗਮ ਅਪਾਰ ਹੈ, ਇਹਦਾ ਅੰਤ ਨਹੀਂ ਪੈ ਸਕਦਾ। ਸੋ ਐਸੇ ਮਹਾਂਪੁਰਸ਼ਾਂ ਦੇ ਪਾਕ ਅਸਥਾਨ ਤੇ ਬੈਠੇ ਹਾਂ। ਬੇਨਤੀ ਕਰਿਆ ਕਰੋ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ। ਧੂਰ ਸੰਤਨ ਕੀ ਨਾਨਕ ਦੀਜੈ। ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਬਖਸ਼। ਸਾਡਾ ਜੀਵਨ ਸਫਲਾ ਹੋਵੇ। ਦਾ ਹੋਲੀ ਡਸਟ ਆਫ ਦਾ ਸੇਂਟਸ। ਸੰਤਾਂ ਦੇ ਪੈਰਾਂ ਦੀ ਧੂੜੀ, ਚਰਨਾਂ ਦੀ ਧੂੜੀ ਬਖਸ਼। ਉਹਨਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਵੀ ਕੀਰਤੀ ਗਾਈਏ, ਜੀਵਨ ਸਫਲਾ ਹੋ ਸਕੇ। ਐਸੇ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਹੋਏ ਨੇ। ਔਰ ਮਹਾਂਪੁਰਸ਼ ਬਾਬਾ ਗੇਜਾ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਹੁਣਾਂ ਤੋਂ ਬਾਅਦ ਬ੍ਰਹਮਵੇਤੇ ਮਹਾਤਮਾ ਬਾਬਾ ਈਸਰ ਸਿੰਘ ਜੀ, ਜਿਨ੍ਹਾਂ ਦੇ ਹੁਕਮ ਵਿੱਚ ਅੰਮ੍ਰਿਤ ਸੰਚਾਰ ਦੀ ਜੋ ਸੇਵਾ ਹੈ ਮਹਾਂਪੁਰਸ਼ ਉਹਨਾਂ ਸਮਿਆਂ ਤੋਂ ਨਿਭਾਉਂਦੇ ਆ ਰਹੇ ਨੇ। ਔਰ ਅੱਜ ਤੱਕ ਇਹ ਸੇਵਾ ਮਹਾਰਾਜ ਤੁਰਟ ਕੇ ਇਹਨਾਂ ਸਤਿਪੁਰਸ਼ਾਂ ਪਾਸੋਂ ਲੈ ਰਹੇ ਨੇ। ਕਈਆਂ ਸਮਾਗਮਾਂ ਤੇ ਦਾਸ ਨੂੰ ਦਿਦਾਰੇ ਹੁੰਦੇ ਨੇ। ਇਹਨਾਂ ਦੇ ਬੇਅੰਤ ਸਥਾਨਾਂ ਦੇ ਉੱਪਰ ਗੁਰਮਤਿ ਸਮਾਗਮ ਕਰਵਾਉਂਦੇ ਰਹਿੰਦੇ ਨੇ। ਦੇਖੋ ਮੈਂ ਹਰ ਉਸ ਸ਼ਖਸ ਦਾ, ਮਹਾਂਪੁਰਸ਼ ਦਾ ਅਦਬ ਕਰਦਾ ਜਿਹੜਾ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਦਾ ਹੈ। ਔਰ ਉਹਦਾ ਸਾਧਨ ਜ਼ਰੀਆ ਹੈ ਗੁਰਮਤਿ ਸਮਾਗਮ। ਸਮਾਗਮ ਹੋਣ, ਵਿਦਵਾਨ ਕਥਾਵਾਚਕ ਰਾਗੀ ਢਾਡੀ ਕਵੀਸ਼ਰ ਜਨ ਆਉਣ, ਗੁਰੂ ਨਾਨਕ ਦੇ ਘਰ ਦਾ ਜਸ ਗਾਉਣ ਤੇ ਗੁਰੂ ਨਾਨਕ ਦੀ ਅਗੰਮੀ ਬਰਕਤ ਨੂੰ ਸੁਣ ਕਰਕੇ ਤੁਹਾਡੇ ਅੰਦਰ ਉਸ ਘਰ ਪ੍ਰਤੀ ਪ੍ਰੇਮ ਪੈਦਾ ਹੋਵੇ। ਤੁਸੀਂ ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ ਤੇ ਤੁਹਾਡਾ ਜੀਵਨ ਸਫਲਾ ਹੋਵੇ। ਸੋ ਜਿਹੜਾ ਵੀ ਮਹਾਂਪੁਰਸ਼ ਗੁਰੂ ਨਾਲ ਜੋੜਦਾ ਹੈ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ, ਉਹਦਾ ਅਦਬ ਹੈ,
ਉਹਦਾ ਸਤਿਕਾਰ ਹੈ। ਨਾਲ ਮੈਂ ਇਹ ਵੀ ਕਹਿ ਦੇਵਾਂ, ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਰੱਬ ਦਾ ਵਾਸਤਾ ਜੇ, ਜਿੱਥੇ ਮੈਂ ਹੈ ਨਾ ਵੀ ਮੈਂ ਗੁਰੂ, ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇਂ, ਉੱਥੇ ਨਹੀਂ ਜੇ ਗੁਰੂ ਨਾਨਕ ਟਿਕਦਾ, ਉਹਦੇ ਕੋਲ ਕੁਝ ਨਹੀਂ ਜੇ। ਉਹਨਾਂ ਨਾਲ ਜੁੜੋ ਜਿਹੜੇ ਗੁਰੂ ਨਾਨਕ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ, ਔਰ ਉੱਥੋਂ ਦੂਰ ਹੋ ਜਾਓ ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ। ਕਿਉਂਕਿ ਸਾਡਾ ਗੁਰੂ ਕੇਵਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਪੋਥੀ ਪਰਮੇਸ਼ਰ ਕਾ ਥਾਨ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਜਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸਮੂਹ ਸਤਿਪੁਰਸ਼ਾਂ ਨੂੰ, ਸੰਗਤਾਂ ਨੂੰ। ਭੁੱਲ ਚੁੱਕ ਦੀ ਖਿਮਾ ਦੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਨਾਮ ਅਮੋਲ, ਕੀਮਣਾ ਕੋਈ ਜਾਣਦੋ ਨੇ ਮਹਾਵਾਕਾਂ ਅਨੁਸਾਰ। ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਬੰਤਾ ਸਿੰਘ